770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ। ਰੇਡੀਓ ਜ਼ਿੰਦਾਬਾਦ। ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, the best rates, up to 80% discounts on car insurance। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ। ਆਰਮਰ ਚੇਤੇ ਰੱਖੋ, ਆਰਮਰ ਇੰਸ਼ੋਰੈਂਸ is partners with leading Canadian insurance companies। 24/7 online quotes 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905452 5127 905 452 5127। As students return to classrooms, we have taken steps to help ensure schools have been made as safe as possible. Ontario's School Safety Plan has been developed in consultation with the Chief Medical Officer of Health. Further protections to prevent the spread of COVID-19 include strengthened masking requirements, enhanced cleaning, expanded targeted testing, and stricter student screening. To learn more about school health and safety measures, please visit ontario.ca/reopening schools. Paid for by the Government of Ontario. ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਨਿੱਘਾ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਹਰ ਐਤਵਾਰ ਦੀ ਤਰ੍ਹਾਂ ਅੱਜ ਅਸੀਂ ਐਸੇ ਇੱਕ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ ਜਿਹੜਾ ਕਿ ਇੰਡੋ ਕੈਨੇਡੀਅਨਜ਼ ਦੇ ਬਹੁਤ ਕਰੀਬ ਹੈ। ਸਾਡੇ ਚਾਹੇ ਉਹ ਐਸੇ ਲੋਕ ਹੋਣ ਜਿਨ੍ਹਾਂ ਦੇ ਰਿਸ਼ਤੇਦਾਰ, ਭੈਣ ਭਰਾ ਜਿਹੜੇ ਆ ਕੈਨੇਡਾ 'ਚ ਰਹਿੰਦੇ ਜਿਹਨੇ, ਜਾਂ ਕੈਨੇਡਾ 'ਚ ਵਸੇ ਜਿਹੜੇ ਆ ਇੰਡੀਆ ਦੇ ਮੂਲ ਦੇ ਲੋਕ, ਇਹ ਟੌਪਿਕ ਉਹਨਾਂ ਦੋਨਾਂ ਲਈ ਹੀ ਐਪਲੀਕੇਬਲ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਸੰਬਰ ਦੇ ਵਿੱਚ ਅਗਰ ਹਿਊਮਨ ਰਾਈਟਸ ਔਰ ਪੀਸਫੁਲ ਪ੍ਰੋਟੈਸਟ ਦੀ ਗੱਲ ਕਰਦੇ ਨੇ ਤਾਂ ਕੈਨੇਡੀਅਨ ਹਾਈ ਕਮਿਸ਼ਨ ਨੂੰ ਇੰਡੀਅਨ ਗੌਰਮੈਂਟ ਜਿਹੜੀ ਆ ਉਹਦੇ ਵੱਲੋਂ ਇੱਕ ਚੇਤਾਵਨੀ ਦਿੱਤੀ ਜਾਂਦੀ ਹੈ। ਇੱਕ ਤਰ੍ਹਾਂ ਦੀ ਇੰਟਰਫੇਰੈਂਸ ਦਾ ਇਲਜ਼ਾਮ ਲਾਇਆ ਜਾਂਦਾ ਹੈ ਔਰ ਸਟਰੋਂਗ ਸ਼ਬਦਾਂ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੈਨੇਡਾ ਭਾਰਤ ਦੇ ਇੰਟਰਨਲ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇ ਰਿਹਾ। ਫਰਵਰੀ ਦੇ ਮਹੀਨੇ ਵਿੱਚ ਦੋਨੋਂ ਪ੍ਰਧਾਨ ਮੰਤਰੀ ਆਪਸ ਵਿੱਚ ਕੈਨੇਡਾ ਔਰ ਇੰਡੀਆ ਦੇ ਗੱਲ ਕਰਦੇ ਨੇ ਔਰ ਕੋਵਿਡ ਵੈਕਸੀਨ ਜਿਹੜੀ ਆ ਉਹਦੇ ਉੱਤੇ ਐਗਰੀਮੈਂਟ ਹੁੰਦਾ ਹੈ। ਇੰਨੇ ਦਿਨਾਂ ਤੋਂ ਫਾਰਮਰ ਪ੍ਰੋਟੈਸਟ ਚੱਲ ਰਿਹਾ। 200 ਤੋਂ ਉੱਪਰ ਜਿਹੜੇ ਕਿਸਾਨ ਨੇ ਉਹ ਇਹਦੇ ਨਾਲ ਸੰਬੰਧਿਤ ਜਿਹੜੇ ਆਪਣੇ ਸ਼ਹੀਦੀਆਂ ਦੇ ਚੁੱਕੇ ਨੇ। ਪਹਿਲੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਾਜ ਸਭਾ ਦੇ ਵਿੱਚ ਗੱਲ ਕਰਦੇ ਨੇ ਕਿ ਜੋ ਲੋਕ ਸਿੱਖਾਂ ਨੂੰ ਅਲੱਗ-ਅਲੱਗ ਨਾਂ ਦੇ ਰਹੇ ਨੇ, ਚਾਹੇ ਖਾਲਿਸਤਾਨੀਆਂ ਦੇ ਨਾਂ ਦੇ ਰਹੇ ਨੇ, ਚਾਹੇ ਕਿਸੇ ਵੀ ਤਰ੍ਹਾਂ ਦਾ ਨਾਂ ਦੇ ਰਹੇ ਨੇ, ਉਹ ਗਲਤ ਕਰ ਰਹੇ ਨੇ ਕਿਉਂਕਿ ਉਹ ਇੱਕ ਭਾਰਤ ਦਾ ਬੜਾ ਅਟੁੱਟ ਅੰਗ ਨੇ ਔਰ ਉਹਨਾਂ ਨੇ ਬਹੁਤ ਵਧੀਆ ਜਿਹੜਾ ਆ ਦੇਸ਼ ਲਈ ਕੀਤਾ। ਨਾਲ ਹੀ ਉਹਨਾਂ ਨੇ ਇਹ ਗੱਲ ਕੀਤੀ ਹੈ ਕਿ ਜਿਹੜੇ ਬਜ਼ੁਰਗ ਫਾਰਮਰਸ ਨੇ ਉਹਨਾਂ ਨੂੰ ਘਰ ਜਾਣਾ ਚਾਹੀਦਾ। ਇੱਕ ਤਰ੍ਹਾਂ ਦਾ ਕੰਸਰਨ ਦਿਖਾਇਆ। ਜਿੱਥੇ ਇੱਕ ਪਾਸੇ ਕੈਨੇਡਾ ਇੰਡੀਆ ਦਾ ਵੈਕਸੀਨ ਉੱਤੇ ਗੱਲਬਾਤ ਹੁੰਦੀ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਫਰੈਂਡ ਵਰਡ ਜਿਹੜਾ ਆ ਉਹਦਾ ਸ਼ਬਦ ਯੂਜ਼ ਕਰਦੇ ਨੇ। ਨਾਲ ਹੀ ਇੰਡੀਆ ਦਾ ਜਿੰਨਾ ਵੀ ਲੀਡਿੰਗ ਮੀਡੀਆ ਹੈ ਉਹ ਨਾਲ ਹੀ ਇੱਕ ਹੋਰ ਚੀਜ਼ ਜਿਹੜੀ ਆ ਉਹਦਾ ਅਨਾਊਂਸਮੈਂਟ ਕਰ ਦਿੰਦਾ ਕਿ ਅਗਰ ਖਾਲਿਸਤਾਨ ਬਣੇਗਾ ਤਾਂ ਸਿਰਫ ਇੱਕ ਸਾਈਨ ਦੀ ਲੋੜ ਹੈ ਔਰ ਉਹ ਸਾਈਨ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਬਣ ਸਕਦਾ ਔਰ ਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਸਿਗਨੇਚਰ ਸਾਈਨ ਕਰ ਦੇਣ ਤਾਂ ਉਹ ਕਦੀ ਵੀ ਜਿਹੜਾ ਆ ਉਹ ਖਾਲਿਸਤਾਨ ਬਣ ਜਾਏਗਾ। ਗੱਲ ਇੱਥੇ ਇਹ ਨਹੀਂ ਸਮਝ ਆਉਂਦੀ ਕਿ ਕੀ ਚਾਹੁੰਦਾ ਹੈ ਮੀਡੀਆ। ਅੱਜ ਗੱਲ ਕਰਾਂਗੇ ਕਿ ਵਜ੍ਹਾ ਕੀ ਹੈ, ਪ੍ਰੋਬਲਮ ਕਿੱਥੇ ਜਿਹੜੀ ਆ ਉਹ ਸ਼ੁਰੂ ਹੁੰਦੀ ਹੈ। ਇੱਕ ਪਾਸੇ ਦੋਨੋਂ ਪ੍ਰਧਾਨ ਮੰਤਰੀ ਜਿਹੜੇ ਆ ਉਹ ਗੱਲਬਾਤ ਕਰ ਰਹੇ ਨੇ, ਦੂਸਰੇ ਇੰਡੀਆ ਦਾ ਜਿਹੜਾ ਮੀਡੀਆ ਆ ਉਹਨੇ ਅਨਾਊਂਸ ਕਰਤਾ ਹੈ ਕਿ ਖਾਲਿਸਤਾਨ ਜਿਹੜਾ ਆ ਉਹ ਕੈਨੇਡਾ 'ਚ ਬਣ ਸਕਦਾ। ਪਰ ਸਾਨੂੰ ਇੱਥੇ ਇਹ ਵੀ ਮੰਨਣਾ ਬਹੁਤ ਜ਼ਰੂਰੀ ਹੈ
ਕਿ ਅਸੀਂ ਵੀ ਐਸੇ ਕਈ ਵਾਰ ਓਪਰਚੁਨਿਟੀ ਦਿੰਦੇ ਨੇ, ਅਸੀਂ ਮੌਕੇ ਦਿੰਦੇ ਹਾਂ ਜਿਹਦੇ ਕਾਰਨ ਸਵਾਲ ਉੱਠਦੇ ਨੇ। ਕਈ ਵਾਰ ਹੋਇਆ ਕਿ ਨਗਰ ਕੀਰਤਨ ਜਦੋਂ ਕਿਸੇ ਖਾਸ ਮੌਕਿਆਂ 'ਤੇ ਨਿਕਲਦੇ ਨੇ, ਉੱਥੇ ਕਈ ਵਾਰ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਖਾਲਿਸਤਾਨ ਜਿੰਦਾਬਾਦ ਦਾ ਨਾਅਰਾ ਵੀ ਮਾਰਦੇ ਨੇ। ਉਹਨਾਂ ਦੇ ਪਿੱਛੇ ਕੌਣ ਲੋਕ ਨੇ, ਕੀ ਉਹਨਾਂ ਦਾ ਮਤਲਬ ਹੈ, ਕੌਣ ਉਹਨਾਂ ਨੂੰ ਪੈਸੇ ਦਿੰਦਾ ਹੈ ਜਾਂ ਉਹਨਾਂ ਨੂੰ ਕੋਈ ਲਾਲਚ ਦਿੰਦਾ ਹੈ, ਇਹ ਏਜੰਸੀ ਜਾਣਦੀਆਂ ਹੋਣਗੀਆਂ ਜਾਂ ਪਰਮਾਤਮਾ ਜਾਣਦਾ। ਆਮ ਲੋਕ ਇਹਦੇ ਨਾਲ ਸਫ਼ਰ ਕਰ ਰਹੇ ਨੇ। ਕਈ ਵਾਰ ਐਸੇ ਫੈਸਲੇ ਵੀ ਦਿੱਤੇ ਜਾਂਦੇ ਨੇ ਜਿੱਥੇ ਕਿ ਸਿੱਖੀ ਸਿਧਾਂਤਾਂ ਦੇ ਅਗੇਂਸਟ ਵੀ ਕੰਮ ਹੁੰਦੇ ਨੇ। ਗੁਰਦੁਆਰਿਆਂ ਦੇ ਚਾਰੋਂ ਦੁਆਰ ਖੁੱਲ੍ਹੇ ਰਹਿਣੇ ਚਾਹੀਦੇ ਆ। ਹਰ ਇੱਕ ਧਰਮ, ਹਰ ਲੋਕ, ਹਰ ਇੱਕ ਇਨਸਾਨ ਉੱਥੇ ਆ ਸਕਦਾ। ਜਹਾਂਗੀਰ ਵੀ ਹਰਿਮੰਦਰ ਸਾਹਿਬ ਆਇਆ, ਮੱਥਾ ਟੇਕਿਆ, ਉਹਨੂੰ ਵੀ ਲੰਗਰ ਛਕਾਇਆ ਗਿਆ। ਬੇਸ਼ੱਕ ਪੰਜਵੀਂ ਪਾਤਸ਼ਾਹੀ ਦੀ ਸ਼ਹੀਦੀ ਜਿਹੜੀ ਆ ਉਹ ਜਹਾਂਗੀਰ ਨੇ ਕੀਤੀ ਹੋਏ, ਮਗਰ ਕਈ ਵਾਰ ਇੱਥੇ ਜਿਹੜੇ ਆ ਐਸੀਆਂ ਅਨਾਊਂਸਮੈਂਟ ਕਰ ਦਿੱਤੀਆਂ ਜਾਂਦੀਆਂ ਨੇ ਕਿ ਇੰਡੀਅਨ ਕਾਉਂਸਲੇਟ ਦਾ ਸਟਾਫ ਮੈਂਬਰ ਜਿਹੜੇ ਆ ਉਹਨਾਂ ਨੂੰ ਗੁਰਦੁਆਰਿਆਂ ਵਿੱਚ ਅਲਾਓ ਨਹੀਂ ਕੀਤਾ ਜਾਏਗਾ, ਜਿਹੜਾ ਕਿ ਸਿੱਖੀ ਸਿਧਾਂਤ ਦੇ ਅਗੇਂਸਟ ਹੈ। ਸੋ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ। ਕਿਸੇ ਨਾ ਕਿਸੇ ਥਾਂ 'ਤੇ ਆਮ ਆਦਮੀ ਜਿਹੜਾ ਆ ਉਹਦਾ ਬੇਵਕੂਫ ਬਣਾਇਆ ਜਾ ਰਿਹਾ, ਚਾਹੇ ਉਹ ਭਾਰਤੀ ਗਵਰਨਮੈਂਟ ਹੋਏ, ਚਾਹੇ ਉਹ ਭਾਰਤੀ ਮੀਡੀਆ ਹੋਏ, ਚਾਹੇ ਕੈਨੇਡੀਅਨ ਗਵਰਨਮੈਂਟ ਹੋਏ, ਅਤੇ ਚਾਹੇ ਉਹ ਕੈਨੇਡਾ ਦੇ ਵਿੱਚ ਕੁਛ ਐਸੇ ਲੋਕ, ਕੁਛ ਐਸੀ ਏਜੰਸੀਆਂ ਜਿਹੜੀਆਂ ਨੇ ਉਹ ਲਗਾਤਾਰ ਇਹ ਸ਼ਬਦ ਜੋ ਕਿ 1993 ਦੇ ਵਿੱਚ ਆਮ ਪੰਜਾਬੀਆਂ ਦੇ, ਆਮ ਸਿੱਖਾਂ ਦੇ ਸ਼ਬਦ ਵੋਕੈਬਲਰੀ 'ਚੋਂ ਨਿਕਲ ਚੁੱਕਿਆ ਹੈ, ਮਗਰ ਪਿਛਲੇ 2-2.5 ਮਹੀਨੇ ਦੇ ਵਿੱਚ ਉਹ ਇੰਨਾ ਕੁ ਵੋਕੈਬਲਰੀ 'ਚ ਵਾੜ ਦਿੱਤਾ ਗਿਆ ਹੈ ਕਿ ਅੱਜ ਅਸੀਂ ਦੁਬਾਰਾ ਉਸੇ ਦੀ ਗੱਲ ਕਰ ਰਹੇ ਹਾਂ। ਤੁਸੀਂ ਆਪਣੇ ਵਿਚਾਰ ਜਿਹੜੇ ਆ ਇਸ ਮੁੱਦੇ ਦੇ ਉੱਤੇ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਟੂਡੀਓ ਦੇ ਨੰਬਰ 'ਤੇ ਕਾਲ ਕਰੋ 416 620 1778 416 620 1778 ਅਤੇ ਆਪਣੇ ਵਿਚਾਰ ਜਿਹੜੇ ਆ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿ ਕਿੱਥੇ ਗੜਬੜ ਹੈ। ਹਰ ਟਾਈਮ ਅਗਰ ਇੰਡੀਅਨ ਮੀਡੀਆ ਉੱਤੇ ਅਸੀਂ ਦੋਸ਼ ਲਾਵਾਂਗੇ ਤਾਂ ਉਹ ਵੀ ਸ਼ਾਇਦ ਗਲਤ ਹੋਏਗਾ। ਹਰ ਟਾਈਮ ਅਗਰ ਅਸੀਂ ਭਾਰਤੀ ਗਵਰਨਮੈਂਟ ਦੇ ਉੱਤੇ ਇਲਜ਼ਾਮ ਲਾਵਾਂਗੇ ਉਹ ਵੀ ਗਲਤ ਹੋਏਗਾ। ਔਰ ਹਰ ਟਾਈਮ ਅਸੀਂ ਕੈਨੇਡਾ ਦਾ ਕੀ ਸਟੈਂਡ ਹੈ ਜਾਂ ਇੱਥੇ ਜਿਹੜੀਆਂ ਏਜੰਸੀਆਂ ਲਗਾਤਾਰ ਇਸ ਸ਼ਬਦ ਨੂੰ ਪ੍ਰਚਲਿਤ ਕਰਦੀਆਂ ਨੇ, ਐਸੀਆਂ ਚੀਜ਼ਾਂ, ਐਸੇ ਇੰਸਟਰਕਸ਼ਨਸ ਪਾਸ ਕਰ ਦਿੰਦੀਆਂ ਨੇ ਯੂਨਾਨੀਮਸਲੀ, ਜਿਹਦੇ ਨਾਲ ਕਿਤੇ ਨਾ ਕਿਤੇ ਕੈਨੇਡਾ, ਪੰਜਾਬੀ, ਸਿੱਖ ਅਤੇ ਖਾਲਿਸਤਾਨ ਆਲਮੋਸਟ ਇੱਕ ਹੀ ਸ਼ਬਦ ਬਣ ਜਾਂਦਾ। ਜਿੱਥੇ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਇੰਨੇ ਦਿਨਾਂ ਤੋਂ ਜਿਹੜਾ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ, ਅੱਜ ਉੱਥੇ ਐਸੀ ਹਾਲਾਤ ਬਣ ਚੁੱਕੇ ਨੇ ਕਿ ਜਿਵੇਂ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਹਮੇਸ਼ਾ ਕਹਿੰਦੇ ਆਏ ਹਾਂ ਕਿ ਉਹ ਪ੍ਰੋਟੈਸਟ ਜਿਹੜਾ ਆ ਉਹ ਲੰਮਾ ਚੱਲੇਗਾ। ਉਹ ਪ੍ਰੋਟੈਸਟ ਜਿਹੜਾ ਆ ਉਹ 6 ਮਹੀਨੇ ਵੀ ਚੱਲ ਸਕਦਾ, 9 ਮਹੀਨੇ ਵੀ ਚੱਲ ਸਕਦਾ, ਸਾਲ ਵੀ ਚੱਲ ਸਕਦਾ। ਉਹਦਾ ਅੰਤ ਕੀ ਹੋਏਗਾ ਅਜੇ ਦੱਸਣਾ ਬਹੁਤ ਮੁਸ਼ਕਿਲ ਹੈ। ਕੀ ਵਾਕਿਆ ਹੀ ਸਰਕਾਰ ਜਿਹੜੀ ਆ ਉਹ ਬਿੱਲ ਵਾਪਸ ਲੈ ਕੇ ਜਾਏਗੀ, ਇਹ ਵੀ ਦੱਸਣਾ ਬਹੁਤ ਮੁਸ਼ਕਿਲ ਹੈ। ਮਗਰ ਉਦੋਂ ਤੱਕ ਜੋ ਸਾਡੇ ਲਈ, ਇੰਡੋ ਕੈਨੇਡੀਅਨਜ਼ ਲਈ, ਇੰਡੀਆ ਔਰ ਕੈਨੇਡਾ ਦੇ ਰਿਸ਼ਤਿਆਂ ਲਈ ਜੋ ਮਾੜਾ ਹੈ ਉਹ ਹੈ ਕਿ ਬਾਰ-ਬਾਰ ਜੋ ਧਰਮ ਦੇ ਨਾਂ ਦੇ ਉੱਤੇ ਲਗਾਤਾਰ ਖਾਲਿਸਤਾਨ ਦਾ ਸ਼ਬਦ ਯੂਜ਼ ਕਰਕੇ ਜਿਹੜੇ ਇੱਥੇ ਵਸੇ, ਖਾਸ ਤੌਰ 'ਤੇ ਕੈਨੇਡਾ ਵਿੱਚ ਹਿੰਦੂ, ਸਿੱਖ ਸਾਰੇ ਭਾਈਚਾਰਾ ਜਿਹੜਾ ਆ ਉਹਦੇ ਵਿੱਚ ਜਿਹੜੀ ਦਰਾੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੌਣ ਕਰ ਰਿਹਾ ਹੈ, ਕਿਉਂ ਕਰਨਾ ਚਾਹੁੰਦਾ ਹੈ, ਇਹਦੇ ਬਾਰੇ ਸਾਨੂੰ ਗੱਲ ਕਰਨੀ ਬੜੀ ਜ਼ਰੂਰੀ ਹੈ। ਨਹੀਂ ਤੇ ਹੋ ਸਕਦਾ ਹੈ ਕਿ ਕੁਝ ਮਹੀਨਿਆਂ ਬਾਅਦ ਫਾਰਮ ਬਿੱਲ ਸ਼ਾਇਦ ਵਾਪਸ ਹੋ ਜਾਣ, ਕੋਈ ਨਾ ਕੋਈ ਸੋਲੂਸ਼ਨ ਲੱਭ ਜਾਏ, ਮਗਰ ਉਦੋਂ ਤੱਕ ਧਰਮਾਂ ਦੇ ਵਿੱਚ ਲੋਕ ਡੈਫੀਨੇਟਲੀ ਜਿਹੜੇ ਆ ਬਹੁਤ ਵੰਡੇ ਜਾਣਗੇ। ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਬਾਰੇ ਗੱਲ ਕਰੀਏ ਔਰ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ ਕਹਿਣ ਦੀ ਤਾਕਤ ਰੱਖੀਏ, ਤਾਂ ਕਿ ਚਾਹੇ ਉਹ ਕੈਨੇਡੀਅਨ ਮੀਡੀਆ ਹੋਵੇ, ਚਾਹੇ ਇੰਡੀਅਨ ਮੀਡੀਆ ਹੋਵੇ, ਜੋ ਵੀ ਗਲਤ ਹੈ ਉਹਨੂੰ ਗਲਤ ਕਹਿਣਾ ਚਾਹੀਦਾ ਹੈ। ਜਿੱਥੇ ਕਿ ਇੱਕ ਪਾਸੇ ਦਸੰਬਰ ਦੇ ਵਿੱਚ ਸੇਮ ਬਿਆਨ ਵਾਸਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਨੂੰ ਇੰਡੀਆ ਵੱਲੋਂ ਬੜੀ ਤਿੱਖੀ ਪ੍ਰਤੀਕਿਰਿਆ ਆਈ ਹੈ। ਹੁਣ ਕੈਨੇਡਾ ਨੇ ਇੱਕ ਪਾਸੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਵਿੱਚ
ਸਬਸਿਡੀਜ਼ ਉੱਤੇ ਕਿੰਤੂ ਪਰੰਤੂ ਕੀਤੇ ਨੇ ਔਰ ਕਮਰਸ਼ਲਾਈਜੇਸ਼ਨ ਜਿਹੜੀ ਆ ਫਾਰਮਿੰਗ ਦੇ ਵਿੱਚ ਉਹਦੀ ਮੰਗ ਵੀ ਕੀਤੀ ਹੈ, ਅਮਰੀਕਾ ਨੇ ਵੀ ਕੀਤੀ ਹੈ। ਦੂਸਰੇ ਪਾਸੇ ਫਾਰਮ ਬਿੱਲ ਜਿਹੜੇ ਨੇ ਉਹਨਾਂ ਉੱਤੇ ਵੀ ਚਿੰਤਾ ਪ੍ਰਗਟਾਈ ਹੈ। ਫਾਰਮਰਸ ਦੇ ਪ੍ਰੋਟੈਸਟ ਨੂੰ ਵੀ ਉਹਨਾਂ ਨੇ ਜਾਇਜ਼ ਗਿਣਿਆ। ਇੰਡੀਅਨ ਮੀਡੀਆ ਲਗਾਤਾਰ ਜਿਹੜਾ ਆ ਉਹਨੂੰ ਖਾਲਿਸਤਾਨ ਹੋਰ ਐਂਟੀ ਨੈਸ਼ਨਲ ਗੱਲਾਂ ਦੇ ਨਾਲ ਜੋੜਦਾ ਆ ਰਿਹਾ। ਪ੍ਰਧਾਨ ਮੰਤਰੀ ਇੰਡੀਆ ਦੇ ਨਰਿੰਦਰ ਮੋਦੀ ਜੀ ਨੇ ਜਿਹੜਾ ਬਿਆਨ ਵੀ ਦਿੱਤਾ ਹੈ ਉਹਦੇ ਵਿੱਚ ਉਹਨਾਂ ਨੇ ਖਾਸ ਤੌਰ 'ਤੇ ਇਹ ਕਿਹਾ ਕਿ ਸਿੱਖ ਜਿਹੜੇ ਆ ਉਹਨਾਂ ਦੇ ਲਈ ਕੋਈ ਵੀ ਅਗਰ ਹੋਰ ਕੋਈ ਸ਼ਬਦ ਯੂਜ਼ ਕਰਦਾ ਹੈ ਤਾਂ ਗਲਤ ਹੈ। ਉਹਦੇ ਬਾਅਦ ਕਾਫੀ ਹੱਦ ਤੱਕ ਸੋਸ਼ਲ ਮੀਡੀਆ ਦੇ ਉੱਤੇ ਜੋ ਇੱਕ ਦੌੜ ਲੱਗੀ ਹੋਈ ਸੀਗੀ ਇਹ ਸ਼ਬਦ ਯੂਜ਼ ਕਰਨ ਦੀ ਅਗੇਂਸਟ ਉਹਨਾਂ ਲੋਕਾਂ ਦੇ ਜੋ ਕਿ ਕਿਸਾਨ ਬਿੱਲ ਦਾ ਸਮਰਥਨ ਕਰ ਰਹੇ ਸੀਗੇ ਜਾਂ ਉਹਨਾਂ ਦੇ ਅਗੇਂਸਟ ਸੀਗੇ, ਉਹ ਜਿਹੜੀ ਲੜਾਈ ਚੱਲ ਰਹੀ ਸੀਗੀ ਉਹਦੇ ਵਿੱਚ ਕਾਫੀ ਜਿਹੜਾ ਆ ਫਰਕ ਨਜ਼ਰ ਆਇਆ। ਮਗਰ ਨਾਲ ਹੀ ਜਿੱਥੇ ਇਹ ਉਮੀਦ ਕੀਤੀ ਜਾ ਰਹੀ ਸੀਗੀ ਕਿ ਸ਼ਾਇਦ ਹੁਣ ਜਿਹੜੀ ਸੋਸ਼ਲ ਮੀਡੀਆ ਉੱਤੇ ਇੰਨੀ ਡਿਵੀਜ਼ਨ ਹੋ ਰਹੀ ਹੈ ਉਹ ਰੁਕ ਜਾਏਗੀ, ਮਗਰ ਇੰਡੀਅਨ ਮੀਡੀਆ ਵਿੱਚ ਤੋਂ ਬੜੇ ਮੇਜਰ ਚੈਨਲ ਤੋਂ ਇਹ ਅਨਾਊਂਸਮੈਂਟ ਕਰ ਦਿੱਤੀ ਗਈ ਹੈ ਕਿ ਕੈਨੇਡਾ ਦੇ ਵਿੱਚ ਇੱਕ ਸਿਗਨੇਚਰ ਦੇ ਉੱਤੇ ਖਾਲਿਸਤਾਨ ਬਣ ਸਕਦਾ। ਸਵਾਲ ਇੱਥੇ ਇਹ ਬਣਦਾ ਕਿ ਇੱਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ ਇਹ ਸ਼ਬਦ ਜਿਹੜਾ ਸਿੱਖਾਂ ਦੇ ਨਾਲ ਕੋਈ ਵੀ ਐਸੇ ਜਿਹੜੇ ਉਹਨਾਂ ਦੇ ਨਾਂ ਦੇਣੇ ਜਿਹੜੇ ਆ ਉਹ ਮਾੜੀ ਚੀਜ਼ ਹੈ। ਦੂਸਰੇ ਪਾਸੇ ਜਿਹੜਾ ਮੀਡੀਆ ਆ ਉਹ ਇਹਨੂੰ ਲਗਾਤਾਰ ਹਵਾ ਦੇ ਰਿਹਾ, ਕੇਸ ਬੇਸ ਤੇ ਦੇ ਰਿਹਾ। ਕਿਉਂ ਦੇ ਰਿਹਾ ਇਹ ਸਮਾਂ ਦੱਸੇਗਾ, ਮਗਰ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਜਾਰੀ ਨੇ ਕਿ ਕਿਤੇ ਨਾ ਕਿਤੇ ਧਰਮ ਦੇ ਨਾਂ 'ਤੇ ਲੋਕ ਵੰਡੇ ਜਾਣ। ਬੰਗਾਲ ਦੇ ਵਿੱਚ ਅਗਰ ਸਾਡੇ ਦੇਸ਼ ਦੇ ਇੰਡੀਆ ਦੇ ਹੋਮ ਮਿਨਿਸਟਰ ਜਿਹੜੇ ਨੇ ਉਹ ਜਾਂਦੇ ਨੇ ਔਰ ਇੱਕ ਪੋਲੀਟੀਕਲ ਸਮਾਗਮ ਦੇ ਵਿੱਚ ਜਦੋਂ ਉਹ ਲੋਕਾਂ ਨੂੰ ਐਡਰੈਸ ਕਰ ਰਹੇ ਨੇ ਉੱਥੇ ਜ਼ੋਰ-ਜ਼ੋਰ ਦੀ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਮਰਵਾ ਰਹੇ ਨੇ। ਇੱਥੇ ਕੁਐਸਚਨ ਇਹ ਬਣ ਜਾਂਦੇ ਨੇ ਕਿ ਕੀ ਅਸੀਂ ਲੋਕਾਂ ਨੂੰ ਧਰਮ ਦੇ ਨਾਂ 'ਤੇ ਬੰਗਾਲ ਦੇ ਵਿੱਚ ਹਿੰਦੂ ਔਰ ਮੁਸਲਿਮ ਵੱਖਰੇ ਵੱਖਰੇ ਕਰਕੇ ਅਸੀਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਹਾਂ? ਕੀ ਇਹ ਸਾਡੇ ਇੰਡੀਆ ਲਈ ਚੰਗਾ? ਨਾਲ ਹੀ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਕੈਨੇਡਾ ਦੇ ਵਿੱਚ ਉਹ ਲੋਕ ਕੀ ਉਹ ਚੰਗਾ ਕਰਦੇ ਨੇ ਜੋ ਲਗਾਤਾਰ ਛੋਟੇ ਬੱਚਿਆਂ ਨੂੰ ਵੀ ਕੋਈ ਵੀ ਜਦੋਂ ਸਾਡਾ ਸਮਾਗਮ ਕੋਈ ਸਿੱਖ ਧਰਮ ਦੇ ਨਾਲ ਸੰਬੰਧਿਤ ਹੁੰਦਾ, ਕਿਤੇ ਵੀ ਨਗਰ ਕੀਰਤਨ ਹੁੰਦਾ ਉੱਥੇ ਜਾਂ ਐਸੇ ਪਰੇਡ ਨਿਕਲਦੀ ਹੈ, ਉੱਥੇ ਜਦੋਂ ਉਹ ਬੱਚਿਆਂ ਤੋਂ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਮਰਾਉਂਦੇ ਨੇ, ਕੀ ਉਹ ਸਹੀ ਹੈ? ਕੀ ਇਹ ਸਹੀ ਹੈ ਕਿ ਅਸੀਂ ਲਗਾਤਾਰ ਐਸੇ ਆਰਡਰ ਪਾਸ ਕਰ ਦਿੰਦੇ ਹਾਂ ਕਿ ਇੰਡੀਅਨ ਕਾਉਂਸਲੇਟ ਗੁਰਦੁਆਰੇ ਵਿੱਚ ਨਹੀਂ ਆ ਸਕਦਾ? ਕਈ ਵਾਰ ਅਸੀਂ ਹੁਣ ਯੂਨਾਨੀਮਸਲੀ ਇਹ ਵੀ ਪਾਸ ਕਰਤਾ ਹੈ ਕਿ ਜਿਹੜੇ ਕਿਸਾਨ ਉੱਥੇ ਲੀਡਰ ਨੇ ਅਸੀਂ ਉਹਨਾਂ ਦੇ ਵੀ ਭਰੋਸਾ ਨਹੀਂ ਜਤਾਇਆ। ਸੋ ਕੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਦੋ ਦੇਸ਼ਾਂ ਲਈ ਇਹ ਦੋਨਾਂ ਦੇਸ਼ਾਂ ਦੇ ਲੋਕਾਂ ਲਈ ਚੰਗੀਆਂ ਨੇ? ਰੇਡੀਓ ਜ਼ਿੰਦਾਬਾਦ 'ਤੇ ਅਸੀਂ ਇਹ ਜ਼ਰੂਰ ਗੱਲ ਕਰਦੇ ਹਾਂ ਕਿ ਇਹ ਕੋਈ ਵੀ ਜੋ ਲੋਕ ਚਾਹੇ ਉਹ ਇੰਡੀਆ 'ਚ ਹੋਣ ਅਤੇ ਚਾਹੇ ਕੈਨੇਡਾ ਦੇ ਵਿੱਚ ਹੋਣ, ਜੋ ਵੀ ਲੋਕ ਦੋਨਾਂ ਦੇਸ਼ਾਂ ਦੇ ਰਿਲੇਸ਼ਨਸ਼ਿਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਸ਼ਾਇਦ ਇਹ ਨਹੀਂ ਸਮਝਦੇ ਕਿ ਸਾਡੇ ਲਈ ਖਾਸ ਤੌਰ 'ਤੇ ਇੰਡੋ ਕੈਨੇਡੀਅਨਸ ਲਈ ਦੋਨਾਂ ਦੇਸ਼ਾਂ ਦੇ ਰਿਲੇਸ਼ਨਸ਼ਿਪ ਚੰਗੇ ਹੋਣੇ ਬਹੁਤ ਜ਼ਰੂਰੀ ਨੇ। ਇਹਦੇ ਵਿੱਚ ਹੀ ਦੋਨਾਂ ਦੇਸ਼ਾਂ ਦਾ ਫਾਇਦਾ ਹੈ। ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਉੱਤੇ ਵੀ ਇਤਰਾਜ਼ ਜਤਾਇਆ ਕਿ ਕੈਨੇਡਾ ਨੇ ਅਗਰ ਵੈਕਸੀਨ ਜਿਹੜੀ ਆ ਇੰਡੀਆ ਤੋਂ ਲਈ ਹੈ ਜਾਂ ਮੰਗੀ ਹੈ ਅਤੇ ਉਹ ਇੱਕ ਹਾਰ ਜਾਂ ਜਿੱਤ ਨੂੰ ਇਹਦਾ ਰੰਗ ਦੇ ਰਹੇ ਨੇ। ਸ਼ਾਇਦ ਅਸੀਂ ਚੰਗੀ ਤਰ੍ਹਾਂ ਇਕਨੋਮਿਕਸ ਜਿਹੜੀ ਆ ਜਾਂ ਦੋਨਾਂ ਦੇਸ਼ਾਂ ਦਾ ਟਰੇਡ ਬਾਰੇ ਨਹੀਂ ਸਮਝਦੇ। ਜਿੱਥੇ ਕਿ ਕੈਨੇਡਾ ਇੰਡੀਆ ਨੂੰ ਬਹੁਤ ਮਾਤਰਾ 'ਚ ਯੂਰੇਨੀਅਮ ਦਿੰਦਾ, ਬਹੁਤ ਮਾਤਰਾ ਦੇ ਵਿੱਚ ਫਰੈਸ਼ ਵਾਟਰ ਸੋਰਸਿਸ ਜਿਹੜੇ ਆ ਉਹਨਾਂ ਦੀ ਪਿਊਰੀਫਿਕੇਸ਼ਨ ਵਾਸਤੇ ਉੱਥੇ ਐਫਰਟ ਲਾ ਰਿਹਾ। ਡਾਇਮੰਡਸ ਦੀ ਕਟਿੰਗ ਜਿਹੜੀ ਆ, ਪੋਲਿਸ਼ਿੰਗ ਜਿਹੜੀ ਆ ਉਹ ਇੰਡੀਆ 'ਚ ਹੁੰਦੀ ਆ। ਕੈਨੇਡਾ ਦੇ ਡਾਇਮੰਡ ਜਿਹੜੇ ਆ ਇੱਥੋਂ ਜਾਂਦੇ ਨੇ। ਦਾਲਾਂ ਜਿਹੜੀਆਂ ਨੇ ਉਹ ਬਹੁਤ ਕੈਨੇਡਾ ਜਿਹੜਾ ਇੰਡੀਆ ਨੂੰ ਦਿੰਦਾ। ਸੋ ਇਹ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ, ਮਗਰ ਅਸੀਂ ਇਸ ਚੀਜ਼ ਉੱਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੰਦੇ ਹਾਂ ਕਿ ਜੇ ਅਗਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨਸ ਦੇ ਫਾਇਦੇ ਲਈ
ਵੈਕਸੀਨ ਇੰਡੀਆ ਤੋਂ ਮੰਗ ਲਈ ਹੈ ਤਾਂ ਇਹਨੂੰ ਅਸੀਂ ਇੱਕ ਤਰ੍ਹਾਂ ਦਾ ਜਿੱਤ ਜਾਂ ਹਾਰ ਦਾ ਰੂਪ ਜਿਹੜਾ ਆ ਉਹ ਦੇਣਾ ਸ਼ੁਰੂ ਕਰ ਦਿੰਦੇ ਹਾਂ। ਇਹਦੇ ਲਈ ਦੋਨੋਂ ਦੇਸ਼ਾਂ ਦਾ ਮੀਡੀਆ ਜਿਹੜਾ ਆ ਰਿਸਪੌਂਸਿਬਲ ਹੈ, ਕਿਉਂਕਿ ਉਹ ਇਸ ਚੀਜ਼ ਨੂੰ ਜੋ ਸਹੀ ਹੋਣਾ ਚਾਹੀਦਾ ਉਹਦੇ ਬਾਰੇ ਗੱਲ ਕਰਨ ਦੀ ਬਜਾਏ ਉਹਨੂੰ ਲਗਾਤਾਰ ਇਵੇਂ ਵੇਖ ਰਿਹਾ ਜਿਵੇਂ ਪ੍ਰਧਾਨ ਮੰਤਰੀ ਮੋਦੀ ਔਰ ਜਸਟਿਨ ਟਰੂਡੋ ਦੀ ਆਪਸੀ ਕੋਈ ਦੁਸ਼ਮਣੀ ਹੋਏ। ਅੱਜ ਦਾ ਟੌਪਿਕ ਜਿਹੜਾ ਉਹ ਇਸੇ ਚੀਜ਼ ਦਾ ਹੈ ਕਿ ਕਿਉਂ ਅਸੀਂ, ਚਾਹੇ ਇੰਡੀਆ ਦਾ ਮੀਡੀਆ ਹੋਏ ਤੇ ਚਾਹੇ ਇੱਥੋਂ ਦੀਆਂ ਏਜੰਸੀਜ਼ ਹੋਣ ਜਾਂ ਇੱਥੋਂ ਦੇ ਕੁਛ ਚੰਦ ਲੋਕ ਹੋਣ, ਲਗਾਤਾਰ ਸਿੱਖ ਕਮਿਊਨਿਟੀ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਨੇ। ਅਗਰ ਇੰਡੀਅਨ ਮੀਡੀਆ ਜਿਹੜਾ ਆ ਉਹ ਇੱਕ ਸਿਗਨੇਚਰ ਨਾਲ ਜਸਟਿਨ ਟਰੂਡੋ ਦੇ ਕੈਨੇਡਾ ਦੇ ਵਿੱਚ ਖਾਲਿਸਤਾਨ ਬਣਾਉਣ ਦੀ ਗੱਲ ਕਰਦਾ ਤੇ ਦੂਸਰੇ ਪਾਸੇ ਸਾਡੇ ਇੱਥੇ ਲੋਕ ਵੀ ਐਸੇ ਕੁਛ ਚੰਦ ਲੋਕ ਨੇ, ਕੁਛ ਚੰਦ ਏਜੰਸੀਆਂ ਨੇ ਜਿਹੜੀਆਂ ਖਾਲਿਸਤਾਨ ਦੇ ਵਰਡ ਨੂੰ ਯੂਜ਼ ਕਰਕੇ, ਛੋਟੇ ਬੱਚਿਆਂ ਨੂੰ ਯੂਜ਼ ਕਰਕੇ ਔਰ ਐਸੇ ਕਈ ਫਜ਼ੂਲ ਦੇ ਇੰਸਟਰਕਸ਼ਨਸ ਪਾਸ ਕਰਕੇ ਜਿਹੜੀਆਂ ਕਿ ਦੋਨਾਂ ਧਰਮਾਂ ਦੇ ਅਗੇਂਸਟ ਨੇ, ਲਗਾਤਾਰ ਇਸ ਸ਼ਬਦ ਨੂੰ ਯੂਜ਼ ਕਰਕੇ ਆਪਣਾ ਬੈਨੀਫਿਟ ਜਿਹੜਾ ਉਹ ਲੈ ਰਹੀਆਂ ਨੇ। ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਚਾਲਾਂ ਨੂੰ ਸਮਝੀਏ ਔਰ ਜੋ ਸਾਡੇ ਦੇਸ਼ਾਂ ਲਈ ਚੰਗਾ ਹੈ, ਜੋ ਇੰਡੋ ਕੈਨੇਡੀਅਨ ਰਿਲੇਸ਼ਨਸ਼ਿਪ ਲਈ ਚੰਗਾ, ਉਹਦੀ ਜਿਹੜੀ ਆ ਲਗਾਤਾਰ ਅਸੀਂ ਗੱਲ ਕਰੀਏ। ਅਸੀਂ ਲਗਾਤਾਰ ਗੱਲ ਕਰੀਏ ਕਿ ਫਾਰਮ ਬਿੱਲ ਦੇ ਉੱਤੇ ਸਹਿਮਤੀ ਦੇਣਾ ਜਾਂ ਨਾ ਸਹਿਮਤੀ ਦੇਣਾ ਇੱਕ ਓਪੀਨੀਅਨ ਹੈ, ਮਗਰ ਅਫਸੋਸ ਇਹ ਹੈ ਕਿ ਉਸ ਓਪੀਨੀਅਨ ਦੇ ਬੇਸ ਦੇ ਉੱਤੇ ਜੋ ਅੱਜ ਡਿਵੀਜ਼ਨ ਕ੍ਰੀਏਟ ਹੋ ਰਹੀ ਹੈ, ਜੋ ਅੱਜ ਇੱਕ ਦੂਜੇ ਨਾਲ ਦੁਸ਼ਮਣੀਆਂ ਕ੍ਰੀਏਟ ਹੋ ਰਹੀਆਂ ਨੇ, ਉਹ ਸ਼ਾਇਦ ਆਉਣ ਵਾਲੇ ਸਮੇਂ ਲਈ ਚੰਗੀਆਂ ਨਹੀਂ, ਆਉਣ ਵਾਲੀ ਜਨਰੇਸ਼ਨ ਲਈ ਚੰਗੀਆਂ ਨਹੀਂ। ਇੱਥੇ ਹੀ ਜੋ ਲੋਕ ਅੱਜ ਬਾਹਰ ਬੇਲ ਤੇ ਆ ਰਹੇ ਨੇ, ਉਹਨਾਂ ਦੇ ਨਾਲ ਜੋ ਦਿੱਲੀ ਪੁਲਿਸ ਨੇ ਸਲੂਕ ਕੀਤਾ ਉਹ ਵੀ ਇੱਕ ਬੜਾ ਸ਼ਰਮਨਾਕ ਹੈ। ਜੀਤ ਸਿੰਘ ਵਰਗੇ 70 ਸਾਲਾ ਬਜ਼ੁਰਗ, 70-80 ਸਾਲ ਉਮਰ ਜਿਨ੍ਹਾਂ ਦੀ ਹੈ ਔਰ ਜਿਹੜੇ ਕਿ ਭਾਰਤੀ ਸੈਨਾ ਦੇ ਵਿੱਚ ਨੌਕਰੀ ਕਰ ਚੁੱਕੇ ਨੇ, ਉਹਨਾਂ ਨੂੰ ਅਗਰ ਰੋਟੀ ਖਾਂਦਿਆਂ ਪੁਲਿਸ ਚੁੱਕ ਕੇ ਖੜਦੀ ਹੈ ਔਰ ਉਹਨਾਂ ਦੇ ਨਾਲ ਤਸ਼ੱਦਦ ਹੁੰਦਾ, ਉਹਨਾਂ ਨੂੰ ਤੰਗ ਕੀਤਾ ਜਾਂਦਾ ਹੈ, ਉਹਨਾਂ ਦੇ ਨਾਲ ਮਾਰਪੀਟ ਕੀਤੀ ਜਾਂਦੀ ਹੈ, ਉਹਨਾਂ ਦੇ ਕੱਪੜੇ ਉਤਾਰ ਦਿੱਤੇ ਜਾਂਦੇ ਨੇ, ਤਾਂ ਇਹ ਵੀ ਇੱਕ ਬਹੁਤ ਵੱਡੀ ਹਿਊਮਨ ਰਾਈਟਸ ਵਾਇਓਲੇਸ਼ਨ ਹੈ। ਗੱਲ ਇੱਥੇ ਕੀਤੀ ਜਾ ਰਹੀ ਹੈ ਕਿ ਨਾ ਤਾਂ ਸਿੱਖ ਚਾਹੁੰਦਾ ਹੈ ਕਿ ਉਹ ਖਾਲਿਸਤਾਨ ਦੀ ਗੱਲ ਕਰੇ ਜਾਂ ਖਾਲਿਸਤਾਨ ਬਣੇ। ਚੰਦ ਲੋਕ ਆਪਣੇ ਫਾਇਦਿਆਂ ਲਈ ਐਸੀ ਚੀਜ਼ਾਂ ਜਿਹੜੀਆਂ ਉਹ ਕਰਦੇ ਨੇ ਔਰ ਬੋਲਦੇ ਨੇ ਔਰ ਇਹਨਾਂ ਦਾ ਐਡਵਾਂਟੇਜ ਲੈਂਦੇ ਨੇ। ਮਗਰ ਕੀ ਜਦੋਂ ਤੁਸੀਂ ਇੱਕ ਸਾਬਕਾ ਫੌਜੀ ਨੂੰ, ਬਜ਼ੁਰਗ ਨੂੰ ਕੁੱਟਦੇ, ਮਾਰਦੇ ਹੋ, ਉਹਨੂੰ ਨੰਗਾ ਕਰਦੇ ਹੋ ਔਰ ਉਹਦਾ ਕਸੂਰ ਕੀ ਹੈ? ਇੱਕ ਤਾਂ ਉਹਨੇ ਦੇਸ਼ ਲਈ ਵਰਦੀ ਪਾ ਕੇ ਦੇਸ਼ ਦੀ ਸੇਵਾ ਕੀਤੀ ਹੈ ਔਰ ਦੂਸਰਾ ਉਹ ਇਹਨਾਂ ਬਿਲਸ ਦੇ ਨਾਲ ਸਹਿਮਤੀ ਨਹੀਂ ਜਤਾ ਰਿਹਾ ਔਰ ਉੱਥੇ ਆ ਕੇ ਉਹ ਇੱਕ ਪ੍ਰੋਟੈਸਟ 'ਤੇ ਬੈਠਾ ਹੈ। ਨਾ ਉਹਦੇ ਕੋਲ ਕੋਈ ਵੈਪਨ ਹੈ, ਨਾ ਉਹਦੇ ਕੋਲ ਐਨਰਜੀ ਹੈ ਕਿ ਉਹ ਕੋਈ ਚੀਜ਼ ਜਿਹੜੀ ਆ ਉਹ ਡਿਸਟਰੋਏ ਕਰ ਸਕੇ। ਮਗਰ ਅਗਰ ਪੁਲਿਸ, ਕੋਈ ਵੀ ਫੋਰਸਿਸ ਜਿਹੜੀਆਂ ਨੇ ਇਹੋ ਜਿਹਾ ਸਲੂਕ ਕਰਦੀਆਂ ਨੇ ਔਰ ਬਾਹਰ ਆ ਕੇ ਅਫਸੋਸ ਹੁੰਦਾ ਹੈ ਕਿ ਜਦੋਂ ਇੱਕ 70 ਸਾਲਾ ਬਜ਼ੁਰਗ ਫੌਜ ਦਾ ਸਾਬਕਾ ਸਿਪਾਹੀ ਇਹ ਕਹਿੰਦਾ ਕਿ ਮੈਨੂੰ ਅੱਜ ਅਫਸੋਸ ਹੁੰਦਾ ਹੈ ਕਿ ਮੈਂ ਜਦੋਂ ਬੱਚਾ ਸੀ ਉਦੋਂ ਮੈਂ ਇਹ ਸੋਚਦਾ ਸੀਗਾ ਕਿ ਮੈਂ ਆਪਣੇ ਦੇਸ਼ ਨੂੰ ਪਿਆਰ ਕਰਦਾ, ਮੈਂ ਆਪਣੇ ਦੇਸ਼ ਦੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ। ਸ਼ਾਇਦ ਇਹ ਉਹ ਏਜੰਸੀਆਂ ਨੇ, ਇਹ ਉਹ ਲੋਕ ਨੇ ਜਿਹੜੇ ਕਿ ਖਾਲਿਸਤਾਨ ਬਣਾਉਣ 'ਚ ਮਦਦ ਕਰ ਰਹੇ ਨੇ। ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਕੀ ਐਸੇ ਤਸ਼ੱਦਦ ਜਿਹੜੇ ਨੇ ਉਹਦੇ ਨਾਲ ਦੇਸ਼ ਭਗਤੀ ਜਿਹੜੀ ਆ ਉਹ ਬਣੇਗੀ? ਕੀ ਅਸੀਂ ਆਪਣੇ ਫੌਜੀਆਂ ਲਈ ਸਹੀ ਐਗਜ਼ਾਮਪਲ ਸੈੱਟ ਕਰ ਰਹੇ ਹਾਂ? ਉਸ ਫੌਜ ਦੇ ਮੋਰਾਲ ਦੇ ਉੱਤੇ ਕੀ ਫਰਕ ਪਏਗਾ ਜਿਨ੍ਹਾਂ ਦੇ ਬਜ਼ੁਰਗ ਜਿਹੜੇ ਆ ਉਹਨਾਂ ਨਾਲ ਇਵੇਂ ਟਰੀਟਮੈਂਟ ਕੀਤਾ ਜਾਏਗਾ? ਉੱਥੇ ਬੈਠੇ ਕਈ ਲੋਕ ਨੇ ਜਿਹੜੇ ਕਿ ਪ੍ਰੋਟੈਸਟ ਲਈ ਗਏ ਨੇ ਔਰ ਉਹਨਾਂ ਦੇ ਐਡਰੈਸ ਲੱਭ ਕੇ ਦਿੱਲੀ ਪੁਲਿਸ ਜਿਹੜੀ ਆ ਉਹ ਕ੍ਰਾਈਮ ਬ੍ਰਾਂਚ ਜਿਹੜੀ ਆ ਉਹਨਾਂ ਨੂੰ ਅੱਜ ਨੋਟਿਸ ਭੇਜ ਰਹੀ ਹੈ। ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਡਰਾਇਆ ਜਾਏ।
लगातार कोशिश की जा रही है कि लोग डरन उस प्रोटेस्ट बारे गल करन ते। नौजवान लड़की जड़ी है ਉਹਨੂੰ जो क्लाइमेट वॉलंटियर एक्टिविस्ट है ਉਹਨੂੰ एक ट्वीट शेयर करन ਦੇ ਉੱਪਰ ਚਾਰਜਸ਼ੀਟ ਕੀਤਾ ਜਾਂਦਾ ਦਿੱਲੀ ਦੇ ਵਿੱਚ ਔਰ ਅਰੈਸਟ ਕੀਤਾ ਜਾਂਦਾ ਹੈ। ਨਵਦੀਪ ਕੌਰ ਇੱਕ ਜਰਨਲਿਸਟ ਹੈ ਔਰ ਜਰਨਲਿਸਟ ਦਾ ਧਰਮ ਨਿਭਾ ਰਹੀ ਹੈ। ਜਰਨਲਿਸਟ ਦਾ ਪਹਿਲਾ ਧਰਮ ਇਹ ਹੈ ਕਿ ਉਹ ਸੱਚ ਬੋਲੇ ਔਰ ਸੱਚ ਬੋਲਣ ਦੀ ਸ਼ਕਤੀ ਰੱਖਦਾ ਹੋਏ। ਉਸ ਲੜਕੀ ਨੇ ਅਗਰ ਫਾਰਮ ਬਿੱਲ ਦੇ ਉੱਤੇ ਜਾਂ ਉਸ ਪ੍ਰੋਟੈਸਟ ਨੂੰ ਕਵਰ ਕੀਤਾ ਤਾਂ ਉਹਦੇ ਨਾਲ ਤਸ਼ੱਦਦ ਹੋ ਰਿਹਾ, ਉਹਨੂੰ ਜੇਲ੍ਹ 'ਚ ਦਿੱਤਾ ਗਿਆ, ਉਹਨੂੰ ਪੁਲਿਸ ਕਸਟਡੀ 'ਚ ਰੱਖਿਆ ਗਿਆ, ਉਹਦੇ ਨਾਲ ਸੈਕਸ਼ੂਅਲ ਹਰਾਸਮੈਂਟ ਕੀਤੀ ਜਾ ਰਹੀ ਹੈ। ਇਹ ਉਹ ਕਾਰਨ ਨੇ ਜਿਹਦੇ ਨਾਲ ਕੱਲ੍ਹ ਨੂੰ ਖਾਲਿਸਤਾਨ ਬਣ ਸਕਦਾ। ਖਾਲਿਸਤਾਨ ਸਿੱਖ ਨਹੀਂ ਚਾਹੁੰਦੇ, ਖਾਲਿਸਤਾਨ ਕੋਈ ਵੀ ਸਮਝਦਾਰ ਭਾਰਤੀ ਨਹੀਂ ਚਾਹੁੰਦਾ, ਨਾ ਹੀ ਕੈਨੇਡੀਅਨ ਚਾਹੁੰਦੇ ਨੇ, ਨਾ ਹੀ ਇੰਡੋ ਕੈਨੇਡੀਅਨ ਚਾਹੁੰਦੇ ਨੇ। ਮਗਰ ਜਦੋਂ ਵੀ ਐਸੀਆਂ ਚੀਜ਼ਾਂ ਹੁੰਦੀਆਂ ਨੇ, ਚਾਹੇ ਉਹ ਇੰਡੀਆ 'ਚ ਹੋ ਰਹੀਆਂ ਹੋਣ, ਚਾਹੇ ਉਹ ਕੈਨੇਡਾ 'ਚ ਹੋ ਰਹੀਆਂ ਹੋਣ, ਇਹ ਦੋਨੋਂ ਹੀ ਗਲਤ ਨੇ। ਔਰ ਇਸੇ ਚੀਜ਼ ਦਾ ਸਾਨੂੰ ਡਰ ਹੈ ਕਿ ਅਗਰ ਚੰਦ ਵੋਟਾਂ ਪਿੱਛੇ ਜਾਂ ਕੁਛ ਸਰਕਾਰਾਂ ਬਣਾਉਣ ਪਿੱਛੇ ਦੇਸ਼ ਦੇ ਲੋਕ ਜਿਹੜੇ ਆ ਉਹ ਵੰਡੇ ਗਏ, ਦੇਸ਼ ਦੇ ਲੋਕ ਜਿਹੜੇ ਆ ਉਹ ਡਰੇ ਜਾਂ ਉਹਨਾਂ ਨੂੰ ਲਗਾਤਾਰ ਡਰਾਉਣ ਦੀ ਕੋਸ਼ਿਸ਼ ਕਰਦੀ ਰਹੀ। ਤਾਂ ਸਾਨੂੰ ਇਹ ਇਤਿਹਾਸ ਤੋਂ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਫਾਰਮਰ, ਚਾਹੇ ਉਹ ਤਾਮਿਲਨਾਡੂ ਦਾ ਹੋਏ, ਚਾਹੇ ਉਹ ਪੰਜਾਬ ਦਾ ਹੋਏ, ਚਾਹੇ ਉਹ ਕਸ਼ਮੀਰ ਦਾ ਹੋਏ, ਕਿਸਾਨ ਇੱਕ ਐਸੀ ਕਮਿਊਨਿਟੀ ਹੈ ਵਰਲਡ ਓਵਰ ਜਿਹੜੀ ਕਦੀ ਵੀ ਨੱਪੀ ਨਹੀਂ ਜਾਂਦੀ, ਦਬਾਈ ਨਹੀਂ ਜਾਂਦੀ, ਔਰ ਮੂੰਹ 'ਤੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤਿਆਂ ਉਹ ਚੁੱਪ ਨਹੀਂ ਰਹਿੰਦੇ। ਬਾਰ-ਬਾਰ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਕਿ 1927 ਦੇ ਦਹਾਕੇ ਦੇ ਵਿੱਚ ਜਦੋਂ ਪਗੜੀ ਸੰਭਾਲ ਜੱਟਾ ਅੰਦੋਲਨ ਚੱਲਿਆ ਸੀਗਾ ਤੇ 9 ਮਹੀਨੇ ਅੰਗਰੇਜ਼ਾਂ ਦੇ ਖਿਲਾਫ ਉਹ ਅੰਦੋਲਨ ਚੱਲਿਆ ਔਰ ਫਾਈਨਲੀ ਬ੍ਰਿਟਿਸ਼ ਸਰਕਾਰ ਨੂੰ ਵੀ ਬਿੱਲ ਵਾਪਸ ਲੈਣੇ ਪਏ ਸੀ। ਸਾਨੂੰ ਇਹ ਜ਼ਰੂਰ ਇਤਿਹਾਸ ਤੋਂ ਸਿੱਖਣਾ ਚਾਹੀਦਾ ਕਿ ਤੁਸੀਂ ਕਿਸਾਨਾਂ ਨੂੰ ਕਦੀ ਵੀ, ਜਿਹੜੇ ਕਿ ਆਪਣੇ ਮੋਢਿਆਂ ਉੱਤੇ ਹਲ ਵੀ ਚੁੱਕਦੇ ਨੇ, ਕਈ ਵੀ ਚੁੱਕਦੇ ਨੇ, ਸੱਪਾਂ ਦੇ ਨਾਲ ਵੀ ਖੇਡਦੇ ਨੇ, ਰਾਤ ਨੂੰ ਵੀ ਬਾਹਰ ਜਾਂਦੇ ਨੇ, ਉਹਨਾਂ ਨੂੰ ਡਰ ਜਿਹੜਾ ਆ ਜਾਂ ਡਰਾਉਣਾ ਬੜਾ ਮੁਸ਼ਕਿਲ ਹੈ। ਤੁਸੀਂ ਉਹਨਾਂ ਲੋਕਾਂ ਨੂੰ ਨੋਟਿਸ ਭੇਜ ਕੇ ਕ੍ਰਾਈਮ ਬ੍ਰਾਂਚ ਤੋਂ ਡਰਾ ਸਕਦੇ ਹੋ ਜਿਹੜੇ ਲੋਕ ਸ਼ਾਇਦ ਉੱਥੇ ਇੰਨੀ ਮੋਟੀਵੇਸ਼ਨ ਨਾਲ ਨਾ ਗਏ ਹੋਣ, ਜਾਂ ਹੋ ਸਕਦਾ ਕਿਸੇ ਦੇ ਨਾਲ ਗਏ ਹੋਣ, ਮਗਰ ਜਿਹੜੇ ਮੋਟੀਵੇਟਡ ਲੋਕ ਉੱਥੇ ਬੈਠੇ ਨੇ, ਖਾਸ ਤੌਰ 'ਤੇ ਸਾਡੇ ਬਜ਼ੁਰਗ, ਪੁਰਾਣੀ ਜਨਰੇਸ਼ਨ ਜਿਹੜੀ ਉੱਥੇ ਬੈਠੀ ਹੈ, ਉਹ ਜਿਹੜੀ ਹੈ ਉਹ ਡਰਨ ਵਾਲੀ ਨਹੀਂ ਔਰ ਉਹਨੂੰ ਡਰਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ। ਮੀਡੀਆ ਨੂੰ ਜ਼ਰੂਰ ਜ਼ਿੰਮੇਵਾਰੀ ਦਾ ਰੋਲ ਅਦਾ ਕਰਨਾ ਚਾਹੀਦਾ ਹੈ। ਅਗਰ ਬਾਰ-ਬਾਰ ਨਵੰਬਰ ਤੋਂ ਲੈ ਕੇ ਇੱਕ ਹੀ ਸ਼ਬਦ ਜਿਹੜਾ ਆ ਉਹਦੀ ਗੱਲ ਕੀਤੀ ਜਾਏਗੀ ਤਾਂ ਇਹ ਸੁਭਾਵਕ ਹੈ ਕਿ ਨਵੀਂ ਆਉਣ ਵਾਲੀ ਪੀੜ੍ਹੀ ਜੋ 1993 ਦੇ ਬਾਅਦ ਜਿਨ੍ਹਾਂ ਨੇ ਖਾਲਿਸਤਾਨ ਸ਼ਬਦ ਜਿਹੜਾ ਸੀਗਾ ਉਹ ਨਹੀਂ ਕਦੀ ਸੁਣਿਆ, ਚਾਹੇ ਉਹ ਇੰਡੀਆ 'ਚ ਹੋਣ, ਚਾਹੇ ਪਾਕਿਸਤਾਨ 'ਚ ਹੋਣ, ਚਾਹੇ ਉਹ ਕੈਨੇਡਾ 'ਚ ਹੋਣ, ਮਗਰ ਮੀਡੀਆ ਨੇ ਔਰ ਕੁਛ ਗਵਰਨਮੈਂਟ ਏਜੰਸੀਜ਼ ਨੇ ਲਗਾਤਾਰ ਇੱਕ ਬਹੁਤ ਨੈਗੇਟਿਵ ਜਿਹੜਾ ਰੋਲ ਅਦਾ ਕੀਤਾ ਹੈ, ਜਿਹਦੇ ਨਾਲ ਇਸ ਸ਼ਬਦ ਦੀ ਦੁਬਾਰਾ ਗੂਗਲ ਸਰਚ ਹੋਣੀ ਸ਼ੁਰੂ ਹੋ ਗਈ ਹੈ। ਇਸ ਸ਼ਬਦ ਬਾਰੇ ਘਰਾਂ ਦੇ ਵਿੱਚ ਬੱਚੇ ਜਿਹੜੇ ਆ ਜ਼ਰੂਰ ਗੱਲ ਕਰਨ ਲੱਗ ਗਏ ਨੇ। ਅਫਸੋਸ ਇਸ ਚੀਜ਼ ਦਾ ਹੁੰਦਾ ਹੈ ਕਿ ਅਸੀਂ ਲਗਾਤਾਰ ਆਪਣੇ ਫਾਇਦਿਆਂ ਲਈ, ਚਾਹੇ ਅਸੀਂ ਕੈਨੇਡਾ ਦੇ ਵਿੱਚ ਕੁਛ ਚੰਦ ਲੋਕਾਂ ਦੀ ਗੱਲ ਕਰ ਲਈਏ, ਚਾਹੇ ਸਿੱਖਸ ਫॉर ਜਸਟਿਸ ਦੀ ਗੱਲ ਕਰ ਲਈਏ, ਅੱਜ ਜਦੋਂ ਅਸੀਂ ਗੌਰ ਨਾਲ ਵੇਖਦੇ ਹਾਂ ਤਾਂ ਐਸੇ ਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਧਰਮ ਦਾ ਨੁਕਸਾਨ ਪਹੁੰਚਾਇਆ। ਇੱਕ ਬਹੁਤ ਵਧੀਆ ਤਾਕਤਵਰ ਪ੍ਰੋਟੈਸਟ ਚੱਲਦਾ ਹੋਇਆ ਐਸੀ ਗੰਦੀ ਅਨਾਊਂਸਮੈਂਟ ਕਰਕੇ, ਚਾਹੇ ਉਹਦੇ 'ਚ $2.5 ਲੱਖ ਦੀ ਲਾਲਚ ਦੇ ਕੇ, ਜੋ ਉੱਥੇ 26 ਜਨਵਰੀ ਨੂੰ ਹੋਇਆ ਉਹਦਾ ਨੁਕਸਾਨ ਜਿਹੜਾ ਆ ਉਹ ਸਾਨੂੰ ਸਾਰਿਆਂ ਨੂੰ ਪਤਾ। ਉਹਦੇ ਬਾਅਦ ਆਪਸੀ ਜੋ ਮਤਭੇਦ ਹੋਏ ਨੇ ਉਹ ਵੀ ਸਾਨੂੰ ਸਾਰਿਆਂ ਨੂੰ ਪਤਾ।
ਔਰ ਉਹਦੇ ਉੱਤੇ ਕਿੰਨੀ ਮਿਹਨਤ ਜਿਹੜੀ ਆ ਦੁਬਾਰਾ ਕਿਸਾਨ ਪ੍ਰੋਟੈਸਟ ਦੇ ਵਿੱਚ ਕੀਤੀ ਜਾ ਰਹੀ ਹੈ ਉਹਨੂੰ ਬਿਲਡ ਕਰਨ ਨੂੰ, ਉਹ ਅਸੀਂ ਸਾਰੇ ਹੀ ਰੋਜ਼ ਵੇਖਦੇ ਹਾਂ ਸੰਯੁਕਤ ਕਿਸਾਨ ਮੋਰਚੇ ਤੋਂ। ਸਾਨੂੰ ਇਹ ਸਾਰਿਆਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਇਸ ਸ਼ਬਦ ਬਾਰੇ, ਖਾਲਿਸਤਾਨ ਦਾ ਸ਼ਬਦ, ਚਾਹੇ ਇੰਡੀਆ ਮੀਡੀਆ ਯੂਜ਼ ਕਰ ਰਿਹਾ, ਚਾਹੇ ਗਵਰਨਮੈਂਟ ਕਰ ਰਹੀ ਹੋਏ ਤੇ ਚਾਹੇ ਕੈਨੇਡਾ ਦੇ ਵਿੱਚ ਕੁਝ ਲੋਕ ਕਰ ਰਹੇ ਹੋਣ, ਉਹ ਸਾਰੇ ਹੀ ਸਭ ਤੋਂ ਪਹਿਲਾਂ ਸਿੱਖ ਧਰਮ ਦੇ ਅਗੇਂਸਟ ਨੇ, ਸਿੱਖ ਕਮਿਊਨਿਟੀ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ ਔਰ ਓਵਰਆਲ ਆਉਣ ਵਾਲੀ ਪੀੜ੍ਹੀ, ਖਾਸ ਤੌਰ 'ਤੇ ਪੰਜਾਬੀ ਔਰ ਸਿੱਖ ਪੀੜ੍ਹੀ ਜਿਹੜੀ ਆ ਉਹਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ। ਫਾਰਮਰ ਪ੍ਰੋਟੈਸਟ ਦਾ ਤੇ ਨੁਕਸਾਨ ਜੋ ਉਹਨਾਂ ਨੇ ਕਰਨਾ ਸੀ ਜਾਂ ਜੋ ਕਰ ਰਹੇ ਨੇ ਉਹ ਤੇ ਹੋ ਹੀ ਰਿਹਾ, ਮਗਰ ਲਗਾਤਾਰ ਆਉਣ ਵਾਲੀ ਸਾਡੀ ਜਿਹੜੀ ਜਨਰੇਸ਼ਨਸ ਨੇ ਉਹਨਾਂ ਦਾ ਵੀ ਉਹ ਨੁਕਸਾਨ ਕਰ ਰਹੇ ਨੇ। ਕੋਈ ਵੀ ਅਗਰ ਇਸ ਬਾਰੇ ਗੱਲ ਕਰਦਾ ਜਾਂ ਇਸ ਡਿਮਾਂਡ ਜਿਹੜੀ ਹੈ ਉਹਦੇ ਬਾਰੇ ਗੱਲ ਕਰਦਾ ਹੈ, ਉਹ ਲਗਾਤਾਰ ਖਾਸ ਤੌਰ 'ਤੇ ਸਿੱਖ ਕਮਿਊਨਿਟੀ ਨੂੰ ਡੈਮੇਜ ਕਰ ਰਿਹਾ ਹੈ। ਸਾਡੀ ਰੇਡੀਓ ਜ਼ਿੰਦਾਬਾਦ ਤੋਂ ਸਾਰਿਆਂ ਨੂੰ ਸਿਰਫ ਇੱਕ ਫੂਡ ਫॉर ਥਾਟ ਇਹ ਹੈ ਕਿ ਸਾਨੂੰ ਸੋਚਣ ਦੀ ਲੋੜ ਹੈ ਕਿ ਜਿੱਥੇ ਅਸੀਂ ਇੰਡੀਅਨ ਮੀਡੀਆ ਨੂੰ ਇਨਕਾਰਨਾ ਹੈ, ਉਹਨੂੰ ਕਾਊਂਟਰ ਕਰਨਾ ਹੈ ਕਿ ਉਹ ਜੋ ਗੱਲ ਕਰ ਰਹੇ ਨੇ ਉਹ ਗਲਤ ਹੈ। ਜੋ ਉਹ ਲਗਾਤਾਰ ਖਾਲਿਸਤਾਨ ਨੂੰ ਔਰ ਕੈਨੇਡਾ ਨੂੰ ਜੋੜ ਰਹੇ ਨੇ ਉਹ ਵੀ ਗਲਤ ਹੈ। ਔਰ ਸਾਨੂੰ ਨਾਲ ਸਾਡੀ ਇਹ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਲੋਕ ਕੈਨੇਡਾ ਦੇ ਵਿੱਚ ਬਹਿ ਕੇ ਖਾਲਿਸਤਾਨ ਦੀ ਗੱਲ ਕਰਦੇ ਨੇ ਜਾਂ ਐਸੇ ਸਾਡੇ ਨੌਜਵਾਨ ਬੱਚਿਆਂ ਨੂੰ ਭੜਕਾਉਂਦੇ ਨੇ, ਉਹ ਵੀ ਜਿਹੜੇ ਆ ਉਹ ਸਾਡੇ ਧਰਮ ਦੇ ਦੁਸ਼ਮਣ ਨੇ, ਉਹ ਸਾਡੇ ਧਰਮ ਲਈ ਚੰਗਾ ਨਹੀਂ ਕਰ ਰਹੇ। ਅੱਜ ਉਹ ਟਾਈਮ ਹੈ ਜਿੱਥੇ ਸਾਨੂੰ ਸਾਰਿਆਂ ਨੂੰ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ। ਅੱਜ ਉਹ ਟਾਈਮ ਹੈ ਜਦੋਂ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅਗਰ ਅਸੀਂ ਚੁੱਪ ਰਹਿੰਦੇ ਹਾਂ ਔਰ ਚਾਹੇ ਉਹ ਇੰਡੀਅਨ ਮੀਡੀਆ ਦੇ ਅਗੇਂਸਟ ਨਹੀਂ ਅਸੀਂ ਬੋਲਦੇ, ਚਾਹੇ ਅਸੀਂ ਏਜੰਸੀਜ਼ ਦੇ ਅਗੇਂਸਟ ਆਵਾਜ਼ ਨਹੀਂ ਚੁੱਕਦੇ ਔਰ ਚਾਹੇ ਅਸੀਂ ਕੈਨੇਡਾ ਦੇ ਵਿੱਚ ਇਸ ਸ਼ਬਦ ਦੇ ਇਸਤੇਮਾਲ ਨੂੰ ਬੰਦ ਨਹੀਂ ਕਰਦੇ, ਉਨਾ ਚਿਰ ਤੱਕ ਸਾਨੂੰ ਆਪਣੀ ਜ਼ਿੰਮੇਵਾਰੀ ਤੋਂ ਅਸੀਂ ਭੱਜ ਰਹੇ ਹੋਵਾਂਗੇ। ਅਸੀਂ ਆਪਣੀ ਗਲਤੀਆਂ ਕਰਕੇ ਆਪਣੀ ਯੂਥ ਆਉਣ ਵਾਲੇ ਫਿਊਚਰ ਦਾ ਨੁਕਸਾਨ ਕਰ ਰਹੇ ਹਾਂ। 1993 ਤੱਕ ਪੰਜਾਬ ਨੇ ਬਹੁਤ ਜ਼ਿਆਦਾ ਤਾਪ ਹੰਡਾਇਆ, ਬਹੁਤ ਨੁਕਸਾਨ ਕੀਤਾ। ਹੁਣ ਵੀ ਅਗਰ ਸਭ ਤੋਂ ਜ਼ਿਆਦਾ ਨੁਕਸਾਨ ਫਾਰਮਰ ਪ੍ਰੋਟੈਸਟ ਵਿੱਚ 200 ਜਾਨਾਂ ਜੋ ਗਈਆਂ ਨੇ ਉਹਦੇ 'ਚ ਪੰਜਾਬ ਹਰਿਆਣੇ ਦਾ ਹੋਇਆ ਜਾਂ ਵੈਸਟਰਨ ਯੂਪੀ ਦਾ ਹੋਇਆ, ਉਹਦੇ ਵਿੱਚ ਵੀ ਸਿੱਖ ਭਾਈਚਾਰਾ ਜਿਹੜਾ ਉਹਨੂੰ ਸਭ ਤੋਂ ਜ਼ਿਆਦਾ ਸੱਟ ਲੱਗੀ ਹੈ। ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਅਗਰ ਅਸੀਂ ਅੱਜ ਵੀ ਆਪਣੇ ਇਤਿਹਾਸ ਤੋਂ ਔਰ ਅੱਜ ਵੀ ਜੋ ਚੀਜ਼ਾਂ 26 ਜਨਵਰੀ ਨੂੰ ਹੋਈਆਂ ਉਹ ਤੋਂ ਅਕਲ ਨਹੀਂ ਸਿੱਖਦੇ, ਤੇ ਫਿਰ ਨਾ ਤਾਂ ਫਾਰਮਰ ਪ੍ਰੋਟੈਸਟ ਜਿਹੜਾ ਆ ਉਹ ਸਕਸੈਸਫੁਲ ਹੋਏਗਾ, ਨਾ ਹੀ ਇੰਡੋ ਕੈਨੇਡੀਅਨ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਬੈਟਰ ਹੋਣਗੇ। ਔਰ ਇਹ ਖਾਸ ਤੌਰ 'ਤੇ ਇੰਡੋ ਕੈਨੇਡੀਅਨਸ ਲਈ ਮਾੜਾ ਹੈ ਔਰ ਸਭ ਤੋਂ ਜ਼ਿਆਦਾ ਮਾੜਾ ਹੈ ਪੰਜਾਬੀਆਂ ਲਈ, ਅਤੇ ਉਸ ਤੋਂ ਜ਼ਿਆਦਾ ਮਾੜਾ ਹੈ ਸਿੱਖਾਂ ਲਈ। ਇਸ ਕਰਕੇ ਇੱਕ ਸਿੱਖ ਹੋਣ ਦੇ ਨਾਤੇ ਰੇਡੀਓ ਜ਼ਿੰਦਾਬਾਦ ਤੋਂ ਅਸੀਂ ਹਮੇਸ਼ਾ ਹੀ ਆਵਾਜ਼ ਉਠਾਉਂਦੇ ਰਹਿੰਦੇ ਹਾਂ ਕਿ ਅਗਰ ਸਾਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਤੇ ਉਹ ਆਵਾਜ਼ ਉਠਾਉਣੀ ਚਾਹੀਦੀ ਹੈ ਕਿ ਹਿੰਦੂ ਸਿੱਖ ਭਾਈਚਾਰਾ ਜਿਹੜਾ ਆ ਉਹ ਚਾਹੇ ਉਹਦੇ ਕੈਨੇਡਾ ਵਿੱਚ ਖਾਸ ਤੌਰ 'ਤੇ ਉਹਦੇ ਵਿੱਚ ਦਰਾੜ ਨਾ ਆਏ, ਔਰ ਜੋ ਲੋਕ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਅਵੇਅਰ ਕੀਤਾ ਜਾਏ, ਉਹਨਾਂ ਨੂੰ ਜ਼ਰੂਰ ਚੇਤਾਵਨੀ ਦਿੱਤੀ ਜਾਏ, ਕਿਉਂਕਿ ਇਹ ਸਾਡੇ ਲਈ ਆਉਣ ਵਾਲੇ ਸਮੇਂ ਲਈ ਜਿਹੜਾ ਆ ਚੰਗਾ ਨਹੀਂ। ਫਾਰਮਰ ਬਿੱਲ ਦੇ ਉੱਤੇ ਓਪੀਨੀਅਨ ਵੰਡੇ ਹੋ ਸਕਦੇ ਨੇ, ਉਹਦਾ ਸੋਲੂਸ਼ਨ ਜਿਹੜਾ ਆ 6 ਮਹੀਨੇ 9 ਮਹੀਨੇ 'ਚ ਨਿਕਲ ਸਕਦਾ ਹੈ, ਮਗਰ ਇੱਥੇ ਅਗਰ ਜੋ ਦਰਾੜ ਪੈ ਗਈ ਜਾਂ ਜਿਵੇਂ ਪੈ ਰਹੀ ਹੈ ਉਹਨੂੰ ਮਿਟਾਉਣਾ ਬਹੁਤ ਮੁਸ਼ਕਲ ਹੋਏਗਾ, ਕਿਉਂਕਿ ਉਹ ਦਰਾੜ ਜਿਹੜੀ ਹੈ ਉਹ ਹਰ ਇਲੈਕਸ਼ਨ ਵਿੱਚ ਦਿਖੇਗੀ, ਚਾਹੇ ਉਹ ਪ੍ਰੋਵਿੰਸ਼ੀਅਲ ਇਲੈਕਸ਼ਨਸ ਹੋਣਗੀਆਂ, ਚਾਹੇ ਉਹ ਮਿਊਨਸਿਪਲ ਇਲੈਕਸ਼ਨਸ ਹੋਣਗੀਆਂ, ਚਾਹੇ ਉਹ ਫੈਡਰਲ ਇਲੈਕਸ਼ਨ ਹੋਣਗੀਆਂ, ਔਰ ਇਹ ਲਗਾਤਾਰ ਦਰਾੜ ਜਿਹੜੀ ਆ ਫਿਰ ਵੱਧਦੀ ਜਾਏਗੀ। ਲਗਾਤਾਰ ਅਸੀਂ ਇੱਕ ਮੁੱਦੇ ਨੂੰ ਜੋ ਕਿ ਐਗਜ਼ਿਸਟ ਨਹੀਂ ਕਰਦਾ ਸੀਗਾ 1993 ਤੋਂ ਬਾਅਦ, ਉਹ ਹੈ ਖਾਲਿਸਤਾਨ ਦਾ ਮੁੱਦਾ, ਉਹਦੇ ਨਾਲ ਜੋ ਵੰਡ ਇਸ ਵੇਲੇ ਕ੍ਰੀਏਟ ਕੀਤੀ ਜਾ ਰਹੀ ਹੈ ਉਹਦੇ ਸ਼ਿਕਾਰ ਹੋ ਜਾਵਾਂਗੇ। ਬਹੁਤ ਸਾਰੀਆਂ ਸ਼ਹੀਦੀਆਂ ਦੇ ਕੇ, ਬਹੁਤ ਸਾਰਾ ਨੁਕਸਾਨ ਕਰਕੇ ਪੰਜਾਬ ਨੇ 1993 'ਚ ਇਸ ਮੁਹਿੰਮ ਨੂੰ, ਇਸ ਇੱਕ ਐਸੀ ਚੀਜ਼ ਨੂੰ ਬੰਦ ਕੀਤਾ ਸੀਗਾ ਜੋ ਦੁਬਾਰਾ ਮੀਡੀਆ ਨੇ, ਖਾਸ ਤੌਰ 'ਤੇ ਭਾਰਤੀ ਮੀਡੀਆ ਨੇ
ਉਹਨੂੰ ਦੁਬਾਰਾ ਲਾਈਵ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਫਾਇਦਾ ਲੈਣ ਦੀ ਕੋਸ਼ਿਸ਼ ਵੀ ਕਰ ਰਹੇ ਨੇ, ਚਾਹੇ ਉਹ ਕਿਸੇ ਵੀ ਥਾਂ 'ਤੇ ਹੋਣ, ਚਾਹੇ ਉਹ ਇੰਡੀਆ 'ਚ ਰਹਿੰਦੇ ਹੋਣ, ਚਾਹੇ ਕੈਨੇਡਾ 'ਚ ਰਹਿੰਦੇ ਹੋਣ, ਚਾਹੇ ਪਾਕਿਸਤਾਨ 'ਚ ਰਹਿੰਦੇ ਹੋਣ ਜਾਂ ਨੇਪਾਲ 'ਚ ਰਹਿੰਦੇ ਹੋਣ, ਕਿਉਂਕਿ ਲਗਾਤਾਰ ਐਸੇ ਨੈਗੇਟਿਵ ਪ੍ਰੋਪੇਗੈਂਡੇ ਨੂੰ ਅਗਰ ਤੁਸੀਂ ਨਹੀਂ ਡੱਕਦੇ ਔਰ ਆਪਣੀ ਆਵਾਜ਼ ਨਹੀਂ ਚੁੱਕਦੇ ਤਾਂ ਤੁਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਦਾ ਨੁਕਸਾਨ ਕਰ ਰਹੇ ਹੋ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਔਰ ਖ਼ਾਸ ਤੌਰ 'ਤੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੁਬਾਰਾ ਆਪਣੀ ਵਾਗਡੋਰ ਜਿਹੜੀ ਆ ਉਹਨਾਂ ਲੋਕਾਂ ਦੇ ਹੱਥ 'ਚ ਨਾ ਦਈਏ ਜਿਨ੍ਹਾਂ ਦੇ ਹੱਥ 'ਚ ਦੇ ਕੇ ਅਸੀਂ ਪੂਰਾ 1980 ਦਾ ਦਹਾਕਾ, ਉਹਦੇ ਵਿੱਚ ਹਜ਼ਾਰਾਂ ਜਿਹੜੀਆਂ ਆਪਣੇ ਬੱਚਿਆਂ ਦੀਆਂ, ਆਪਣੇ ਨੌਜਵਾਨਾਂ ਦੀਆਂ, ਆਪਣੇ ਬਜ਼ੁਰਗਾਂ ਦੀਆਂ ਸ਼ਹੀਦੀਆਂ ਕਰਵਾਈਆਂ, ਔਰ ਅੱਜ ਪੰਜਾਬ ਸਟੇਟ 13ਵੇਂ ਨੰਬਰ 'ਤੇ ਜਾ ਚੁੱਕੀ ਹੈ, ਜਿਹੜੀ ਕਿ ਕਦੀ ਇੰਡੀਆ ਦਾ ਮਾਣ ਸੀ ਔਰ ਕਦੀ ਨੰਬਰ 1 ਸਟੇਟ ਦਾ ਇੱਕ ਤਮਗਾ ਲੈ ਕੇ ਹਮੇਸ਼ਾ ਹਿਸਟਰੀ ਲਿਖਦੀ ਰਹੀ। ਅੱਜ ਅਸੀਂ ਗੋਆ ਵਰਗੀਆਂ ਸਟੇਟਸ, ਹਰਿਆਣੇ ਵਰਗੀਆਂ ਸਟੇਟ ਜਿਹੜੀਆਂ ਸਾਡੇ ਨਾਲ ਬਹੁਤ ਛੋਟੀਆਂ ਨੇ, ਪੰਜਾਬ ਉਹਦੇ ਤੋਂ ਵੀ ਪਿੱਛੇ ਜਾ ਚੁੱਕਿਆ। ਸਾਨੂੰ ਨਸ਼ਿਆਂ ਨੇ ਮਾਰਿਆ, ਉਦੋਂ ਵੀ ਬਲੇਮ ਸਾਡੀ ਹੀ ਕਮਿਊਨਿਟੀ ਉੱਤੇ ਆਇਆ। ਚਾਹੇ ਖਾਲਿਸਤਾਨ ਨੇ ਮਾਰਿਆ ਹੋਏ, ਉਦੋਂ ਵੀ ਕਸੂਰ ਜਿਹੜਾ ਔਰ ਜੋ ਵੀ ਤੁਹਮਤਾਂ ਲੱਗੀਆਂ ਉਹ ਸਾਡੇ 'ਤੇ ਲੱਗੀਆਂ। ਚਾਹੇ ਉਹ ਸਾਡੇ ਭੈਣ ਭਰਾ ਪੁਲਿਸ ਸੀਗੇ, ਉਹ ਵੀ ਸਿੱਖ ਸੀਗੇ, ਉਹ ਮਰੇ, ਅਤੇ ਚਾਹੇ ਸਾਡੇ ਨੌਜਵਾਨ ਸੀਗੇ, ਉਹ ਮਰੇ। ਨੁਕਸਾਨ ਜਿਹੜਾ ਆ ਉਹ ਸਿੱਖ ਕੌਮ ਦਾ ਹੋਇਆ। ਅੱਜ ਵੀ ਚਾਹੇ ਉਹ ਇੰਡੀਅਨ ਮੀਡੀਆ ਖਾਲਿਸਤਾਨ ਦੀ ਗੱਲ ਕਰ ਰਿਹਾ, ਚਾਹੇ ਕੈਨੇਡਾ ਖਾਲਿਸਤਾਨ ਦੀ ਗੱਲ ਕਰੇ, ਚਾਹੇ ਉਹ ਕੈਨੇਡੀਅਨ ਮੀਡੀਆ ਦੇ ਉੱਤੇ ਖਾਲਿਸਤਾਨ ਦੀ ਗੱਲ ਹੁੰਦੀ ਹੋਵੇ, ਜਿੱਥੇ ਵੀ ਇਹ ਸ਼ਬਦ ਦਾ ਇਸਤੇਮਾਲ ਹੋ ਰਿਹਾ ਉਹ ਸਾਡੇ ਲਈ ਮਾੜਾ, ਸਿੱਖਾਂ ਲਈ ਮਾੜਾ, ਪੰਜਾਬੀਆਂ ਲਈ ਮਾੜਾ। ਇਸ ਕਰਕੇ ਸਾਡੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਅਗਰ ਫਾਰਮਰ ਪ੍ਰੋਟੈਸਟ ਵੀ ਚਾਹੁੰਦੇ ਹਾਂ ਕਿ ਉਹ ਕਾਮਯਾਬ ਹੋਏ, ਅਤੇ ਸਾਨੂੰ ਉੱਥੇ ਵੀ ਧਰਮ ਨੂੰ ਭੁਲਾ ਕੇ, ਪੰਜਾਬ ਨੂੰ ਭੁਲਾ ਕੇ ਇੱਕ ਕਿਸਾਨੀਅਤ ਦੇ ਨਾਤੇ ਜਿਹੜਾ ਆ ਉਹਨੂੰ ਸਪੋਰਟ ਕਰਨ ਦੀ ਲੋੜ ਹੈ। ਸੋਸ਼ਲ ਮੀਡੀਆ 'ਤੇ ਅਗਰ ਤੁਸੀਂ ਸਪੋਰਟ ਕਰਨੀ ਹੈ ਤਾਂ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਹੈ ਲਗਾਤਾਰ ਫਾਰਮਰਸ ਦੀ, ਚਾਹੇ ਉਹ ਤਾਮਿਲਨਾਡੂ ਦੇ ਹੋਣ। ਸੋਸ਼ਲ ਮੀਡੀਆ ਉੱਤੇ ਵੀ ਬਾਰ-ਬਾਰ ਪੰਜਾਬ ਸਿੱਖ ਇਹ ਸ਼ਬਦ ਲਿਖ ਕੇ ਆਪਣੇ ਆਪ ਨੂੰ ਵੱਖਰਾ ਨਹੀਂ ਦੱਸਣਾ ਚਾਹੀਦਾ, ਯੂਨਿਟੀ ਵਿਖਾਉਣੀ ਚਾਹੀਦੀ ਹੈ। ਸਾਡੇ ਨਾਲ ਕਾਲਰਸ ਬਹੁਤ ਜੁੜ ਚੁੱਕੇ ਨੇ ਕਿ ਯਾਰ ਸਮਾਂ ਨਾ ਹੋਣ ਕਰਕੇ ਅਸੀਂ ਸਾਰੀਆਂ ਕਾਲ ਨਹੀਂ ਲੈ ਸਕਦੇ, ਮਗਰ ਕੁਝ ਕਾਲ ਜਿਹੜੀਆਂ ਨੇ ਜ਼ਰੂਰ ਔਨ ਏਅਰ ਹੋਣਗੀਆਂ। ਅਜੀਤ ਲਿੱਦਾ ਜੀ, ਤੁਸੀਂ ਔਨ ਏਅਰ ਹੋ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ-ਬਹੁਤ ਸਵਾਗਤ ਹੈ। ਹਾਂਜੀ, ਮਿਹਰਬਾਨੀ ਜੀ ਕਾਲ ਲੈਣ ਲਈ। ਤੇ ਮੈਂ 2 ਅੱਖਰ ਕਹਿਣਾ ਚਾਹੁੰਦਾ ਜੀ ਇਸੇ ਸਬਜੈਕਟ ਤੇ। ਪਹਿਲਾ ਤੇ ਹੈਗਾ ਕਿ ਆਪਾਂ ਨੂੰ ਮੈਟਰ ਆਫ ਪੋਲਿਸੀ ਸਾਰਿਆਂ ਨੂੰ ਹੋਣਾ ਚਾਹੀਦਾ, ਧਰਮ ਦੇ ਨਾਂ ਤੇ ਕੋਈ ਵੀ ਦੇਸ਼ ਨਹੀਂ ਹੋਣਾ ਚਾਹੀਦਾ। ਆਪਾਂ ਨੇ ਖਾਲਿਸਤਾਨ ਦੀ ਗੱਲ ਛੱਡੋ, ਉਹ ਤਾਂ ਜੇ ਬਣਿਆ ਨਹੀਂ, ਜਿਹੜਾ ਪਾਕਿਸਤਾਨ ਬਣਿਆ ਸਾਡੇ ਭਰਾਵਾਂ ਦਾ, ਉਹਨਾਂ ਨੇ ਕੀ ਖੱਟੀ ਖੱਟ ਲਈ ਕਰਕੇ ਜੀ। ਦੇਖੋ ਨਾ, ਧਰਮ ਦੇ ਨਾਂ ਤੇ ਬਣਿਆ ਤਾਂ ਧਰਮ ਉਹਨੂੰ ਫਿਰ ਇਕੱਠਾ ਰੱਖ ਵੀ ਨਹੀਂ ਸਕਿਆ। ਬੰਗਲਾਦੇਸ਼ ਵੀ ਉਹੀ ਧਰਮ ਸੀ, ਜੁਦੇ ਹੋ ਗਏ। ਸੋ ਦੇਸ਼ ਕੋਈ ਵੀ ਧਰਮ ਦੇ, ਜਾਤ ਦੇ ਨਾਂ ਤੇ ਨਹੀਂ ਹੋਣਾ ਚਾਹੀਦਾ ਜੀ। ਇਹ ਗੱਲ ਹਿੰਦੂ ਰਾਸ਼ਟਰ ਲਈ ਵੀ ਜਾਂਦੀ ਆ, ਜਿਹੜੇ ਉੱਥੇ ਅੱਡੀ ਚੁੱਕ ਕੇ ਜ਼ੋਰ ਲਾ ਰਹੇ ਹਿੰਦੂ ਰਾਸ਼ਟਰ ਬਣਾਉਣ ਲਈ। ਇਹ ਥੋੜੇ ਜਿਹੇ ਸਾਡੇ ਜਿਹੜੇ ਹੈਂਡਫੁੱਲ ਹੈਗੇ ਆ, ਮੁੱਠੀ ਭਰ ਖਾਲਿਸਤਾਨੀ ਆਪਣੀਆਂ ਰੋਟੀਆਂ, ਬਹੁਤੇ ਤਾਂ ਰੋਟੀਆਂ ਰੋਜੀਆਂ ਲਈ, ਥੋੜੇ ਜਿਹੇ ਵਿਚਾਰੇ ਨਾਂ ਸਮਝੀ ਕਰਕੇ ਇੱਧਰਲੇ ਲੱਗੇ, ਇੱਧਰਲੀ ਸੋਚ ਰੱਖਦੇ ਆ। ਇੱਕ ਅੱਖਰ ਇਹ ਹੈਗਾ, ਉਹਦਾ ਰੈਲੇਵੈਂਟ ਨਹੀਂ, ਪਰ ਜ਼ਰੂਰ ਹੈ ਕਿ ਜੇ ਅੱਜ ਖਾਲਿਸਤਾਨ ਬਣ ਜਾਂਦਾ, ਆ ਜਿਹੜੇ ਬਹੁਤ ਜ਼ੋਰ ਲਾਉਂਦੇ ਲੋਕ, ਇਹਨਾਂ ਨੂੰ ਇਹ ਪੁੱਛਣਾ ਚਾਹੀਦਾ ਭਈ ਉਹਦੇ ਉੱਤੇ ਐਡਮਿਨਿਸਟ੍ਰੇਸ਼ਨ ਕੀ ਹੋਊਗਾ? ਡੰਡੇ ਨਾਲ ਰਾਜ ਕਰੋਗੇ ਕਿ ਵੋਟਾਂ ਨਾਲ? ਜੇ ਵੋਟਾਂ ਨਾਲ ਕੀਤੀਆਂ ਤਾਂ ਵੋਟਾਂ ਫਿਰ ਕੌਣ ਪਾਊਗਾ? ਅੰਮ੍ਰਿਤਧਾਰੀ ਪਾਊਗਾ, ਬਾਲ ਕੱਟਿਆਂ ਵਾਲਾ ਵੀ ਪਾਊਗਾ, ਪੱਗ ਰੱਖੀ ਵਾਲਾ ਪਾਊਗਾ। ਤੇ ਕੱਲ ਨੂੰ ਫਿਰ ਸਾਡੇ ਹਰੀਜਨ ਭਰਾ ਕਹਿਣਗੇ ਵੀ ਹਰੀਜਨ ਸਥਾਨ ਮਨਾਉਣਾ ਅਸੀਂ 25% ਪੰਜਾਬ 'ਚ ਸਾਡੀ ਗਿਣਤੀ ਆ। ਇਹ ਜਿਹੜਾ ਸਾਰਾ ਕੰਮ ਕਰ ਰਹੇ, ਰਲ ਕੇ ਕਰ ਰਹੇ ਲੋਕ ਹੋ ਰਿਹਾ, ਇਹ ਬਰਬਾਦੀ ਦਾ ਆ। ਇਹ ਆਪਾਂ ਨੂੰ ਸਿੱਖਣਾ ਚਾਹੀਦਾ। ਅੰਗਰੇਜ਼ੀ ਦਾ ਅੱਖਰ ਹੈ ਲਿਵ ਐਂਡ ਲੈਟ ਲਿਵ, ਰਹੋ ਤੇ ਦੂਜਿਆਂ ਨੂੰ ਰਹਿਣ ਦਿਓ ਜੀ। ਇਹ ਆ। ਸੋ ਧਰਮ ਦਾ ਤਾਂ ਵਿੱਚੋਂ ਕੰਮ ਛੱਡ ਦੇਣਾ ਚਾਹੀਦਾ ਵੀ ਦੇਸ਼ ਜਿਹੜੇ ਆ ਉਹ ਧਰਮ ਦੇ ਨਾਂ ਤੇ ਬਣਨ। ਲੋਕੀ ਤਾਂ ਭੁੱਖੇ ਮਰਦੇ ਆ। ਸੋ ਮੈਂ ਇੰਨਾ ਕਹਿਣਾ ਚਾਹੁੰਦਾ ਜੀ, ਕਹਿਣ ਨੂੰ ਤਾਂ ਬਹੁਤ ਕਿਸਮ ਦਾ, ਪਰ ਤੁਹਾਡਾ ਟਾਈਮ ਮਿਹਰਬਾਨੀ ਹੈ। ਬਹੁਤ ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਜਿਵੇਂ ਸਾਡੇ ਕਾਲਰਸ ਨੇ ਵੀ ਗੱਲ ਕੀਤੀ ਹੈ ਕਿ ਸਾਨੂੰ ਇਹ ਜ਼ਰੂਰ ਸਿੱਖਣਾ ਚਾਹੀਦਾ ਹੈ ਕਿ ਅਸੀਂ 26 ਜਨਵਰੀ ਨੂੰ ਹੀ ਇੱਕ ਐਸਾ ਐਗਜ਼ਾਮਪਲ ਜਿਹੜੀ ਹੈ ਸੈੱਟ ਕਰ ਚੁੱਕੇ ਹਾਂ ਕਿ
ਸਾਰੀਆਂ ਯੂਨੀਅਨ ਜਿਹੜੀਆਂ ਨੇ 40 ਦੀਆਂ 40 ਯੂਨੀਅਨ ਜਿਹੜੀਆਂ ਨੇ ਜਿਨ੍ਹਾਂ ਨੇ ਉੱਥੇ ਪੀਸਫੁਲ ਫਾਰਮਰਸ ਪ੍ਰੋਟੈਸਟ ਜਿਹੜਾ ਸ਼ੁਰੂ ਕੀਤਾ, ਉਹਨੂੰ ਵੀ ਕੁਛ ਲੋਕ ਜਿਹੜੇ ਆ ਉਹ ਦਾਗ ਲਾ ਗਏ। ਉੱਥੇ ਵੀ ਯੂਨਿਟੀ ਜਿਹੜੀ ਆ ਉਹ ਨਹੀਂ ਵਿਖਾਈ, ਚਾਹੇ ਕਿ ਇੱਕ ਛੋਟੀ ਜੀ ਚੀਜ਼ ਸੀ ਕਿ ਪੀਸਫੁਲ ਪ੍ਰੋਟੈਸਟ ਜਿਹੜਾ 26 ਜਨਵਰੀ ਨੂੰ ਕਰਨਾ ਹੈ ਉਹ ਕਿਹੜੇ ਰੂਟ 'ਤੇ ਹੋਏਗਾ। ਇੱਕ ਰੂਟ ਉੱਤੇ ਵੀ ਜਿਹੜੀ ਆ ਉੱਥੇ ਲੋਕਾਂ ਨੇ ਐਗਜ਼ਾਮਪਲ ਸੈੱਟ ਕੀਤੀ ਕਿ ਉਹ ਸਹਿਮਤੀ ਨਹੀਂ ਹੋ ਸਕੀ। ਮਹਾਰਾਜਾ ਰਣਜੀਤ ਸਿੰਘ ਥੱਲੇ ਜੋ ਸਿੱਖ ਰਾਜ ਜਿਹਦੇ ਵਿੱਚ ਚਾਈਨਾ, ਲੇਹ ਲਦਾਖ, ਕਾਬੁਲ, ਕੰਧਾਰ ਸਾਰਾ ਕੁਝ ਆਉਂਦਾ ਸੀਗਾ, ਅਸੀਂ ਆਪਣੀਆਂ ਹੀ ਮੂਰਖਤਾ ਕਰਕੇ, ਆਪੋ 'ਚ ਵੰਡੇ ਹੋਣ ਕਰਕੇ, ਆਪਣੇ ਵੱਖਵਾਦੀ ਵਿਚਾਰਾਂ ਕਰਕੇ ਉਦੋਂ ਵੀ ਉਹ ਰਾਜ ਜਿਹੜਾ ਗਵਾ ਚੁੱਕੇ ਹਾਂ। ਔਰ ਅੱਜ ਵੀ ਅਗਰ ਅਸੀਂ ਇਹ ਚੀਜ਼ ਨਹੀਂ ਸਿੱਖਦੇ ਕਿ ਸਾਡੀ ਤਾਕਤ ਜਿਹੜੀ ਆ ਉਹ ਵੱਖਰੇ ਹੋਣ 'ਚ ਨਹੀਂ ਹੈ, ਸਾਡੀ ਤਾਕਤ ਜਿਹੜੀ ਆ ਉਹ ਐਸੀ ਵੱਖਵਾਦੀ ਗੱਲਾਂ ਕਰਕੇ ਉਹ ਸਾਡੀ ਜਿਹੜੀ ਆ ਉਹ ਸਾਡੀ ਤਾਕਤ ਨਹੀਂ ਹੈ। ਸਾਡੀ ਜਿਹੜੀ ਤਾਕਤ ਹੈ ਉਹ ਬੇਸਿਕਲੀ ਇਸ ਚੀਜ਼ ਹੈ ਕਿ ਅਸੀਂ ਇਕੱਠੇ ਰਹੀਏ, ਅਸੀਂ ਉਹਨਾਂ ਤਾਕਤਾਂ ਨੂੰ ਜਿਹੜੀਆਂ ਲਗਾਤਾਰ, ਚਾਹੇ ਇੰਡੀਅਨ ਗੌਰਮੈਂਟਸ ਹੋਣ, ਚਾਹੇ ਉਹ ਕੈਨੇਡਾ ਦੇ ਵਿੱਚ ਏਜੰਸੀਜ਼ ਹੋਣ, ਉਹਨਾਂ ਨੂੰ ਅਸੀਂ ਰੋਕ ਸਕੀਏ। ਨਹੀਂ ਤੇ ਅਸੀਂ ਲਗਾਤਾਰ ਆਪਣੇ ਜਿਹੜੇ ਆ ਯੂਥ, ਲਗਾਤਾਰ ਜਿਹੜਾ ਸਾਡਾ ਆਉਣ ਵਾਲਾ ਟਾਈਮ ਹੈ, ਜਿਹੜੇ ਸਾਡੇ ਬੱਚੇ ਆ, ਅਸੀਂ ਉਹਨਾਂ ਨੂੰ ਮਰਵਾਵਾਂਗੇ। ਅਸੀਂ ਅੱਗੇ ਵੀ ਬਹੁਤ ਜਿਹੜਾ ਨੁਕਸਾਨ ਜਿਹੜਾ ਆ ਉਹ ਕਰ ਚੁੱਕੇ ਹਾਂ। ਇਸ ਕਰਕੇ ਇਹ ਗਵਰਨਮੈਂਟ ਏਜੰਸੀਜ਼ ਨੂੰ ਵੀ ਜ਼ਰੂਰੀ ਚਾਹੀਦਾ ਹੈ ਕਿ ਉਹ ਐਸੀਆਂ ਚੀਜ਼ਾਂ ਨਾ ਕਰਨ, ਉਹ ਐਸੇ ਕੋਈ ਵੀ ਤਸ਼ੱਦਦ ਨਾ ਕਰਨ, ਐਸੇ ਹਿਊਮਨ ਰਾਈਟਸ ਵਾਇਓਲੇਸ਼ਨ ਨਾ ਕਰਨ ਜਿਹਦੇ ਨਾਲ ਲੋਕ ਜਿਹੜੇ ਆ ਉਹ ਤੰਗ ਹੋਣ। ਨਾਲ ਹੀ ਇੰਡੀਅਨ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਐਸੇ ਵੱਖਵਾਦੀ ਸ਼ਬਦਾਂ ਨੂੰ ਹਵਾ ਨਾ ਦੇ। ਐਸੇ ਬਿਆਨ ਦੇਣੇ ਕਿ ਖਾਲਿਸਤਾਨ ਜਸਟਿਨ ਟਰੂਡੋ ਇੱਕ ਸਿਗਨੇਚਰ ਨਾ ਬਣਾ ਸਕਦੇ ਨੇ, ਇਹ ਬਹੁਤ ਮੰਦਭਾਗੇ ਵਿਚਾਰ ਨੇ, ਮੰਦਭਾਗੇ ਬਿਆਨ ਨੇ। ਔਰ ਖ਼ਾਸ ਤੌਰ 'ਤੇ ਜੋ ਚੰਦ ਲੋਕ ਜਿਹੜੇ ਆ ਫੋਰਨ ਕੰਟਰੀਆਂ 'ਚ ਬੈਠ ਕੇ ਉਹ ਇਹਨਾਂ ਦਿਮਾਗਾਂ ਬਾਰੇ ਗੱਲਾਂ ਕਰਦੇ ਨੇ, ਜਿਨ੍ਹਾਂ ਦੇ ਆਪ ਦੇ ਬੱਚੇ ਜਿਹੜੇ ਨੇ ਬੜੇ ਸਿਕਿਉਰ ਬੈਠੇ ਹੋਏ ਨੇ, ਬੜੀਆਂ ਵਧੀਆ ਜੌਬਸ ਕਰ ਰਹੇ ਨੇ, ਉਹ ਲੋਕ, ਚਾਹੇ ਉਹ ਜਗਜੀਤ ਸਿੰਘ ਚੌਹਾਨ ਵਰਗੇ ਲੋਕ ਹੋਣ ਜੋ ਆਪਣੇ ਫਾਇਦੇ ਲਈ ਆਪਣੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਹੌਸਪੀਟਲ ਵੀ ਚਲਾਉਂਦੇ ਰਹੇ, ਔਰ ਬਾਹਰ ਜਾ ਕੇ ਅਮਰੀਕਾ ਵਰਗੇ ਦੇਸ਼ਾਂ 'ਚ ਬੈਠ ਕੇ ਬਹੁਤ ਸਾਰੇ ਨੌਜਵਾਨ ਬੱਚਿਆਂ ਨੂੰ ਮਰਵਾਉਣ ਵਿੱਚ, ਸ਼ਹੀਦ ਕਰਾਉਣ ਵਿੱਚ ਵੀ ਉਹਨਾਂ ਦੀ ਜ਼ਿੰਮੇਵਾਰੀ ਹੈ। ਔਰ ਫਾਈਨਲੀ ਉਹ ਲੋਕ ਇੰਡੀਅਨ ਗੌਰਮੈਂਟ ਨੂੰ ਰਿਕੁਐਸਟ ਕਰਕੇ ਲਾਸਟ ਸਮਾਂ ਜਿਹੜਾ ਆਪਣਾ ਉਹ ਇੰਡੀਆ ਵਿੱਚ ਵੀ ਬਿਤਾਉਣਾ ਚਾਹੁੰਦੇ ਨੇ ਔਰ ਇੰਡੀਆ ਵਿੱਚ ਜਾ ਕੇ ਮਰਦੇ ਨੇ। ਉਹ ਲੋਕ ਸਾਡੀ ਕੌਮ ਲਈ ਨੁਕਸਾਨਦਾਇਕ ਨੇ। ਉਹ ਲੋਕ ਜੋ ਸਾਨੂੰ ਭੜਕਾਉਂਦੇ ਨੇ, ਚਾਹੇ ਉਹ ਪੰਨੂ ਵਰਗੇ ਲੋਕ ਹੋਣ, ਜਿਨ੍ਹਾਂ ਦੇ ਬੱਚੇ ਆਪ ਨਾ ਤੇ ਕਦੀ ਕਿਸੇ ਲੜਾਈ 'ਚ ਸ਼ਾਮਲ ਹੋਣਗੇ, ਨਾ ਹੀ ਉਹ ਕਦੀ ਆਪ ਅੱਗੇ ਹੋ ਕੇ ਕੋਈ ਐਸਾ ਕੰਮ ਕਰਨਗੇ। ਜਿਹੜੇ ਲੋਕ ਦੂਸਰਿਆਂ ਦੇ ਬੱਚਿਆਂ ਨੂੰ ਅੱਗੇ ਕਰਕੇ ਮਰਵਾਉਣਾ ਜਾਣਦੇ ਨੇ, ਉਹ ਦੇਸ਼ ਦੀਆਂ ਤੇ ਕੌਮਾਂ ਦੀਆਂ ਲਗਾਤਾਰ ਪੀੜ੍ਹੀਆਂ ਦਾ ਨੁਕਸਾਨ ਕਰਦੇ ਨੇ। ਇਸ ਕਰਕੇ ਸਾਰਿਆਂ ਨੂੰ ਇਹ ਅਪੀਲ ਹੈ ਕਿ ਸਾਨੂੰ ਇਸ ਵੇਲੇ ਸੋਚਣ ਦੀ ਲੋੜ ਇਹ ਹੈ, ਗੌਰਮੈਂਟ ਅੱਗੇ ਵੀ ਇਹੀ ਹੈ, ਚਾਹੇ ਉਹ ਕੈਨੇਡੀਅਨ ਗੌਰਮੈਂਟ ਹੋਏ, ਚਾਹੇ ਉਹ ਇੰਡੀਅਨ ਗੌਰਮੈਂਟ ਹੋਏ, ਕਿ ਇਸ ਸ਼ਬਦ ਨੂੰ ਸਿੱਖਾਂ ਦੇ ਨਾਲ ਨਾ ਜੋੜਿਆ ਜਾਏ, ਨਾ ਹੀ ਪੰਜਾਬੀਆਂ ਨਾਲ ਜੋੜਿਆ ਜਾਏ, ਔਰ ਨਾ ਹੀ ਕੈਨੇਡਾ, ਸਿੱਖ ਜਾਂ ਫਾਰਮਰ ਪ੍ਰੋਟੈਸਟ ਔਰ ਖਾਲਿਸਤਾਨ ਨੂੰ ਇੱਕ ਸਮਝਿਆ ਜਾਏ, ਕਿਉਂਕਿ ਇਹਦਾ ਕਿਸੇ ਦੇ ਨਾਲ ਵੀ ਸੰਬੰਧ ਨਹੀਂ ਹੈ। ਕੋਈ ਗੁਰੂ ਦਾ ਸਿੱਖ ਆਪਣੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹਨੂੰ ਤਬਾਹ ਨਹੀਂ ਕਰਨਾ ਚਾਹੁੰਦਾ। ਕੋਈ ਵੀ ਸਹੀ ਪੰਜਾਬੀ, ਕੋਈ ਸਹੀ ਸਿੱਖ, ਚਾਹੇ ਉਹ ਇੰਡੀਆ 'ਚ ਰਹਿੰਦਾ ਹੈ, ਚਾਹੇ ਉਹ ਕੈਨੇਡਾ 'ਚ ਰਹਿੰਦਾ ਹੈ, ਉਹ ਇਹਨਾਂ ਮੰਗਾਂ ਨੂੰ ਇਨਕਾਰਦਾ, ਕਿਉਂਕਿ ਇਹਦਾ ਨੁਕਸਾਨ ਜਿਹੜਾ ਆ ਉਹ ਸਾਡੀਆਂ ਪੀੜ੍ਹੀਆਂ ਅੱਗੇ ਭੁਗ ਚੁੱਕੀਆਂ ਨੇ। ਔਰ ਜੋ ਲੋਕ ਇਹਨਾਂ ਚੀਜ਼ਾਂ ਨੂੰ, ਚਾਹੇ ਉਹ ਇੰਡੀਅਨ ਮੀਡੀਆ ਹੋਏ, ਚਾਹੇ ਉਹ ਕੈਨੇਡੀਅਨ ਮੀਡੀਆ ਦਾ ਕੋਈ ਹਿੱਸਾ ਹੋਏ, ਉਹ ਲੋਕ ਜਿਹੜੇ ਆ ਉਹ ਸ਼ਾਇਦ ਸਾਡੀ ਕੌਮ ਦਾ ਭਲਾ ਨਹੀਂ ਚਾਹੁੰਦੇ ਔਰ ਲਗਾਤਾਰ ਐਸੇ ਨੈਗੇਟਿਵ ਪ੍ਰੋਪੇਗੈਂਡੇ ਨੂੰ ਜਿਹੜਾ ਆ ਸਪੋਰਟ ਕਰਦੇ ਨੇ, ਜਿਹਦਾ ਕਿ ਅੱਗੇ ਅਸੀਂ
पंजाब और सिख कौम खास तौर पर अपना नुकसान भुगत चुकी है। सानू सारिਆਂ ਨੂੰ इस चीज़ का कंसर्न है कि साढ़े ਜਿਹੜੇ किसान ਉੱਥੇ 200 ਤੋਂ ਉੱਪਰ शहीद हो चुके ने और ਉੱਥੇ एक प्रोटेस्ट चल रहा है, ਉਹਦਾ ਕੋਈ ਨਾ ਕੋਈ ਸਿੱਟਾ ਜ਼ਰੂਰ ਨਿਕਲੇ। अगर ਉੱਥੇ ਅਸੀਂ ਕੋਈ ਸਿੱਟਾ ਚਾਹੁੰਦੇ ਹਾਂ ਤਾਂ ਸਾਨੂੰ हर टाइम एक चीज़ का ध्यान जरूर रखना चाहिए कि अगर असी नैगेटिव प्रोपेगेंडे के शिकार हो गए तो डेफिनेटली फार्मर प्रोटेस्ट इन्ना वड्डा मेहनत जिहड़ी आ वो बेकार हो जाएगी। इस वेले फार्मर प्रोटेस्ट जिहड़ा आ उहदा रिजल्ट जल्दी आउंदा नज़र नहीं आ रहा। फार्मर प्रोटेस्ट का अगर कोई रिजल्ट आएगा तो वो बड़ी लंबी रेस तो बाद आएगा, लंबी दौड़ तो बाद आएगा। उदों तक साडी सारिਆਂ ਦੀ बड़ी वड्डी जिम्मेवारी है कि असी वखवादी जां नैगेटिव मीडिया जो सानू कराउणा चाहुंदा है, जो साडी आपसी भाईचारे दा वो दरार बनाउणा चाहुंदा है, उहदे तो बचीए। बड़ा अफसोस हुंदा है कि चाहे वो सिखां लई खालिस्तानी होण ते चाहे वो इंडिया लई RSS वाले लोग होण जो वैसी आइडियोलॉजी रखते हैं, चाहे वो हिंदू राष्ट्र बनाने वाले होण, वो इंडिया का भी नुकसान कर रहे हैं और भाईचारे का भी बहुत बड़ा नुकसान कर रहे हैं। ये सानू जरूर सोचना चाहिए कि साडे इंडिया के जड़े होम मिनिस्टर ने उन्होंने की बंगाल में जाके जय श्री राम का नारा मरवा के पोलिटिकल कैंपेन शुरू करनी चाहिए। पोलिटिकल जड़ियाँ उत्थे रैलीज़ ने उन्होंने एड्रैस करना चाहिए। रेडियो जिंदाबाद इस चीज़ ਨੂੰ ਨਾਲ सहमत नहीं कि कोई भी पोलिटिकल फोरम के उत्ते तुसीं धर्म के नाँ के उत्ते जयकारे लवा के धर्म के नाँ के उत्ते बंगाल दे विच मुसलमानां नूं और हिंदुआं नूं वंड के अगर तुसीं इलैक्शनां जितण की कोशिश करदे हो तो वो इंडिया लई माड़ा है, ओवरऑल इंसानियत लई माड़ा होएगा। क्योंकि जिहड़ी देश की स्ट्रेंथ, जिवें साडे कॉलर भी गल कर चुके हैं, जिहड़े भी देश धर्म के नाँ ते बने ने उन्हां दे विच जो हालत हुंदी है, जो उत्थे डेमोक्रेसी का एक तमाशा हुंदा है, जो उत्थे डेमोक्रेसी का गल घुट्टिया जांदा है और लगातार जड़ियां ने सरकारां वो चाहे वो अपील, चाहे वो किसी नूं मार के, चाहे किसी का कतल करके, चाहे कितरा भी वो सरकारां जड़ियां ने पलटियां जांदियां ने, उन्हां चीज़ां तो सानू इतिहास तो सीखना चाहिए। देश और कौम उही जड़ी आ वो सक्सैसफुल रहिंदी है जड़ी कि दूसरियां कौमां दे नाल रहना सीखे, दूसरियां नूं एक्सैप्ट करना सीखे। और अज अगर कैनेडा की कोई ताकत है तो कैनेडा का मल्टीकल्चरलिज्म है। कैनेडा दे विच अगर जिस दिन असीं इलैक्शनस धर्म के नाँ ते करनियां शुरू करतियां, असीं आइडेंटिटी पॉलिटिक्स जो ऑलरेडी इत्थे आ चुकी है उहदे नाँ ते असीं मैंबर पार्लीमेंट, MPP, सिटी काउंसलर चुनने शुरू कर दिते, उस दिन कैनेडा दे विच भी साडा पतन जिहड़ा आ वो शुरू हो जाएगा। इस करके रेडियो जिंदाबाद हमेशा ही एक अपनी जिम्मेवारी निभाउंदा है और वो जिम्मेवारी ये है कि सानू जड़ी चीज़ गलत है उसकी सपोर्ट नहीं करनी चाहिए, जो सही है उन्होंने सही कहना चाहिए। और अज असीं इस फोरम तो डेफिनेटली ये कहने हैं कि जो दिल्ली पुलिस ने जीत सिंह वर्गे एक साबका फौजी ने किया है, बजुर्ग ने किया है, वो निंदनयोग है। वो ह्यूमन राइट्स की डायरैक्ट वायोलेशन है। जो नवदीप कौर नाल उत्थे हो रहा है वो ह्यूमन राइट्स की वायोलेशन है, फ्रीडम ऑफ स्पीच जिहड़ी है वो वायोलेशन है। वो डेमोक्रेटिक कंट्री नूं शोभा नहीं दिंदा। जो उत्थे लोग अपना ओपीनियन जताउण गए ने, पीसफुल प्रोटेस्ट करन गए ने, उन्हां नूं बहुत सारे लोगों नूं दिल्ली क्राइम ब्रांच वालों जिहड़े नोटिसिस आ रहे हैं वो भी उन्हां दी बेसिक राइट अगेंस्ट है। क्योंकि किसी भी तरह अगर कोई प्रोटेस्ट ते गया है और उत्थे जाके उन्हें अपना किसी भी बिल के अगेंस्ट विरोध किया है तो तुसीं उहदी आवाज़ जिहड़ी आ उहनूं डर दे नाल नहीं दबा सकते। यही एजेंसीज़ जिहड़ियां ने, चाहे वो लॉ इनफोर्समेंट एजेंसीज़ ने, उन्होंने ध्यान रखना चाहिए। उन्होंने नहीं ये भुलना चाहिए कि साबका फौजी दे उत्ते अगर, और वो भी अगर वो किसान है उहदे उत्ते अगर तशद्दद हुंदी है, उहदे उत्ते अत्याचार हुंदा है, तो जय जवान जय किसान का नारा ये वो नारा जिहदे देश जिहदे नाल लाल बहादुर शास्त्री ने
ਕਿਸਾਨਾਂ ਨੂੰ ਔਰ ਜਵਾਨਾਂ ਨੂੰ ਇਕੱਠਿਆਂ ਕਰਕੇ ਤਗੜੇ ਕਰਕੇ ਲੜਾਈ ਦੇ ਵਿੱਚ ਜਿੱਤ ਹਾਸਲ ਕਰਾਈ। ਪ੍ਰਤਾਪ ਸਿੰਘ ਕੈਰੋਂ ਨੇ ਐਜ਼ ਅ ਚੀਫ ਮਿਨਿਸਟਰ ਪੰਜਾਬ ਪੰਜਾਬੀਆਂ ਤੋਂ ਸੋਨਾ ਤੇ ਖੂਨ ਦਾ ਦਾਨ ਕਰਵਾਇਆ। ਉਹਨਾਂ ਲੋਕਾਂ ਦੇ ਉੱਤੇ ਅਗਰ ਤੁਸੀਂ ਅੱਜ ਐਸੇ ਤਸ਼ੱਦਦ ਕਰਦੇ ਹੋ ਤਾਂ ਉਹ ਹਿਊਮਨ ਰਾਈਟਸ ਦੇ ਅਗੇਂਸਟ ਹੈ, ਔਰ ਉਹ ਉਹਨਾਂ ਹਜ਼ਾਰਾਂ ਹੀ ਫੌਜੀਆਂ ਦੇ ਮੁਰਾਲ ਲਈ ਚੰਗਾ ਨਹੀਂ ਜੋ ਅੱਜ ਦੇਸ਼ ਦੀ ਰੱਖਿਆ ਕਰ ਰਹੇ ਨੇ, ਜਿਨ੍ਹਾਂ ਦੇ ਪਿਤਾ ਜਾਂ ਉਹਨਾਂ ਦੀਆਂ ਮਾਵਾਂ ਜਾਂ ਉਹਨਾਂ ਦੀਆਂ ਭੈਣਾਂ ਜਿਹੜੀਆਂ ਨੇ ਉਹ ਇਸ ਬਿੱਲ ਦੇ ਅਗੇਂਸਟ ਆਪਣਾ ਓਪੀਨੀਅਨ ਦੇ ਰਹੇ ਨੇ, ਆਪਣੀ ਆਵਾਜ਼ ਉਠਾ ਰਹੇ ਨੇ। ਇਹ ਸਾਡੇ ਲਈ ਮੰਦਭਾਗੀ ਚੀਜ਼ ਹੈ। ਚਾਹੇ ਕੈਨੇਡਾ ਹੋਏ, ਚਾਹੇ ਇੰਡੀਆ ਹੋਏ, ਤੇ ਚਾਹੇ ਫਾਰਮਰਸ ਹੋਣ, ਤੇ ਚਾਹੇ ਸਿੱਖ ਕਮਿਊਨਿਟੀ ਹੋਏ, ਸਾਨੂੰ ਨੈਗੇਟਿਵ ਪ੍ਰੋਪੇਗੈਂਡੇ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਔਰ ਖਾਲਿਸਤਾਨ ਡੈਫੀਨੇਟਲੀ ਇੱਕ ਨੈਗੇਟਿਵ ਪ੍ਰੋਪੇਗੈਂਡਾ ਹੈ, ਕਿਉਂਕਿ ਇਹ ਡਿਮਾਂਡ ਜਿਹੜੀ ਹੈ ਇਹ ਸਿੱਖ ਔਰ ਪੰਜਾਬੀ ਬਹੁਤ ਪਹਿਲਾਂ ਰਿਜੈਕਟ ਕਰ ਚੁੱਕੇ ਨੇ, ਔਰ ਨਾ ਹੀ ਇਸ ਡਿਮਾਂਡ ਦੇ ਉੱਤੇ ਕਦੀ ਪੰਜਾਬੀ ਔਰ ਸਿੱਖ ਜਿਹੜੇ ਆ ਸਹਿਮਤ ਹੋਣਗੇ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹੇ ਅਸੀਂ ਕੈਨੇਡਾ 'ਚ ਰਹਿੰਦੇ ਹਾਂ, ਜਿੱਥੇ ਵੀ ਐਸਾ ਪ੍ਰੋਪੇਗੈਂਡਾ ਜੋ ਸਾਡੇ ਭਾਈਚਾਰਿਆਂ ਨੂੰ ਤੋੜਦਾ ਹੈ, ਸਾਡੀ ਸਪਿਰਿਟ ਨੂੰ ਤੋੜਦਾ ਹੈ, ਸਾਡੇ ਨੌਜਵਾਨ ਬੱਚਿਆਂ ਲਈ ਹਾਨੀਕਾਰਕ ਹੈ, ਉਹਦੇ ਅਗੇਂਸਟ ਸਾਨੂੰ ਆਵਾਜ਼ ਜ਼ਰੂਰ ਚੁੱਕਣੀ ਚਾਹੀਦੀ ਹੈ। ਜਿੱਥੇ ਅਸੀਂ ਆਵਾਜ਼ ਜਿਹੜੀ ਆ ਉਸ ਮੀਡੀਆ ਅਗੇਂਸਟ ਚੁੱਕਦੇ ਹਾਂ ਜੋ ਕੈਨੇਡਾ ਨੂੰ ਖਾਲਿਸਤਾਨ ਦੇ ਨਾਲ ਜੋੜਦਾ, ਨਾਲ ਹੀ ਅਸੀਂ ਉਹਨਾਂ ਦੇ ਅਗੇਂਸਟ ਵੀ ਆਵਾਜ਼ ਚੁੱਕਦੇ ਹਾਂ ਜੋ ਕਿ ਇੰਡੀਆ ਤੋਂ ਬਾਹਰ ਬੈਠ ਕੇ ਦੂਸਰੇ ਦੇਸ਼ਾਂ ਦੇ ਵਿੱਚ ਇਸ ਪ੍ਰੋਪੇਗੈਂਡਾ ਨੂੰ ਹਵਾ ਦਿੰਦੇ ਨੇ। ਰੇਡੀਓ ਜ਼ਿੰਦਾਬਾਦ ਤੋਂ ਲਗਾਤਾਰ ਇਹੀ ਅਪੀਲ ਚੱਲਦੀ ਰਹੇਗੀ ਕਿ ਜਿੰਨੇ ਵੀ ਉੱਥੇ ਨਜਾਇਜ਼ ਦਿੱਲੀ ਦੇ ਵਿੱਚ ਲੋਕ ਫੜੇ ਗਏ ਨੇ, ਜਿੰਨੇ ਲੋਕਾਂ ਨੂੰ ਉੱਥੇ ਨੋਟਿਸਿਸ ਆ ਰਹੇ ਨੇ, ਉਹਨਾਂ ਨੂੰ ਜਸਟਿਸ ਜ਼ਰੂਰ ਮਿਲਣਾ ਚਾਹੀਦਾ। ਅਸੀਂ ਸਾਰੇ ਸੋਸ਼ਲ ਮੀਡੀਆ ਤੋਂ ਜ਼ਰੂਰ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿਨ੍ਹਾਂ ਨੂੰ ਵੀ ਨੋਟਿਸਿਸ ਆ ਰਹੇ ਨੇ ਉਹਨਾਂ ਨੂੰ ਉੱਥੇ ਵੋਲੰਟੀਅਰ ਜਿਹੜੇ ਬੈਠੇ ਲਾਇਰਸ ਨੇ, ਵਕੀਲ ਬੈਠੇ ਨੇ, ਉਹਨਾਂ ਨੂੰ ਮਿਲਣਾ ਚਾਹੀਦਾ। ਉਹਨਾਂ ਨੂੰ ਡਾਇਰੈਕਟ ਪੁਲਿਸ ਸਟੇਸ਼ਨ 'ਚ ਨਹੀਂ ਜਾਣਾ ਚਾਹੀਦਾ, ਤਾਂ ਕਿ ਤੁਹਾਡੇ ਨਾਲ ਕੋਈ ਵੀ ਐਸਾ ਗਲਤ ਚੀਜ਼, ਗੈਰ ਕਾਨੂੰਨੀ ਚੀਜ਼ ਜਿਹੜੀ ਹੈ ਨਾ ਹੋ ਸਕੇ। ਖਾਸ ਤੌਰ 'ਤੇ ਅਗਰ ਕੋਈ ਮਾਤਾ ਭੈਣਾਂ ਨੂੰ ਉੱਥੇ ਐਸੇ ਨੋਟਿਸਿਸ ਆਉਂਦੇ ਨੇ, ਉਹਨਾਂ ਨੂੰ ਨਵਦੀਪ ਕੌਰ ਤੋਂ ਸਿੱਖਣਾ ਚਾਹੀਦਾ ਕਿ ਤੁਸੀਂ ਉਸ ਐਕਸਪਲੋਇਟੇਸ਼ਨ ਦਾ ਗਲਤੀ ਨਾਲ ਹਿੱਸਾ ਨਾ ਬਣ ਜਾਓ। ਇਸ ਕਰਕੇ ਤੁਸੀਂ ਵਕੀਲ ਜਿਹੜੇ ਨੇ ਉੱਥੇ ਉਹਨਾਂ ਨੂੰ ਜ਼ਰੂਰ ਮਿਲੋ, ਔਰ ਉਹ ਤੁਹਾਨੂੰ ਜ਼ਰੂਰ ਫ੍ਰੀ ਗਾਈਡ ਕਰ ਰਹੇ ਨੇ। ਰੇਡੀਓ ਜ਼ਿੰਦਾਬਾਦ ਤੋਂ ਅਸੀਂ ਲਗਾਤਾਰ ਜਿਹੜੀ ਆ ਅਵੇਅਰਨੈਸ ਜਿਹੜੀ ਆ ਕਰਦੇ ਰਵਾਂਗੇ। ਉੱਥੇ ਬੈਠੇ ਜਿਹੜੇ ਬਜ਼ੁਰਗ ਨੇ ਜਾਂ ਉੱਥੇ ਬੈਠੀਆਂ ਕਿਸਾਨ ਯੂਨੀਅਨਸ ਨੇ, ਸਾਨੂੰ ਸਾਰਿਆਂ ਨੂੰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ, ਨਾ ਕਿ ਅਸੀਂ ਦੀਪ ਸਿੱਧੂ ਦੇ ਨਾਂ 'ਤੇ ਜਾਂ ਲੱਖੇ ਸਦਾਨੇ ਦੇ ਨਾਂ 'ਤੇ ਜਾਂ ਹੋਰ ਚੀਜ਼ਾਂ ਦੇ ਜਿਹੜੇ ਕੁਛ ਲੋਕਾਂ ਦੇ ਉਹਨਾਂ ਦੇ ਨਾਲ ਲੜ ਕੇ ਜਾਂ ਉਹਨਾਂ ਦੇ ਫੇਵਰ 'ਚ ਜਾਂ ਉਹਨਾਂ ਦੇ ਅਗੇਂਸਟ ਇੱਕ ਯੂਨਿਟੀ ਦਾ ਐਗਜ਼ਾਮਪਲ ਨਹੀਂ ਦਿੰਦੇ। ਦੋਸਤੋ, ਬੜਾ ਹੀ ਲੰਮਾ ਸਮਾਂ ਅਜੇ ਇਹ ਪ੍ਰੋਟੈਸਟ ਚੱਲੇਗਾ। ਪੂਰੀ ਕੋਸ਼ਿਸ਼ ਜਿਹੜੀ ਆ ਰਹੇਗੀ, ਚਾਹੇ ਉਹ ਮੀਡੀਆ ਹੋਏ, ਤੇ ਚਾਹੇ ਉਹ ਗਵਰਨਮੈਂਟ ਏਜੰਸੀਜ਼ ਹੋਣ, ਤੇ ਚਾਹੇ ਹੀ ਉਹ ਦੇਸ਼ ਤੋਂ ਬਾਹਰ ਰਹਿਣ ਵਾਲੇ ਕੁਛ ਐਸੇ ਲੋਕ ਹੋਣ ਜੋ ਕਿ ਇਸ ਪ੍ਰੋਟੈਸਟ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸਾਨੂੰ ਇਸ ਚੀਜ਼ ਦੀ ਜਾਣਕਾਰੀ ਹਮੇਸ਼ਾ ਹੋਣੀ ਚਾਹੀਦੀ ਹੈ ਕਿ ਕੋਈ ਵੀ ਅੱਜ ਦੇ ਟਾਈਮ ਅਗਰ ਕੋਈ ਖਾਲਿਸਤਾਨ ਦੀ ਗੱਲ ਕਰ ਰਿਹਾ ਹੈ ਤੇ ਉਹ ਫਾਰਮਰ ਪ੍ਰੋਟੈਸਟ ਦੇ ਅਗੇਂਸਟ ਹੈ। ਕੋਈ ਵੀ ਅਗਰ ਕੋਈ ਐਸੇ ਪ੍ਰੋਪੇਗੈਂਡੇ ਨੂੰ ਜਾਂ ਐਸੇ ਡਿਵੀਜ਼ਨ ਨੂੰ, ਚਾਹੇ ਉਹ ਹਿੰਦੂ ਮੁਸਲਿਮ, ਹਿੰਦੂ ਸਿੱਖ, ਕੋਈ ਵੀ, ਚਾਹੇ ਉਹ RSS ਦਾ, ਚਾਹੇ ਉਹ ਖਾਲਿਸਤਾਨੀ ਹੈ, ਚਾਹੇ ਕੋਈ ਵੀ ਬੰਦਾ ਹੈ, ਉਹ ਫਾਰਮਰ ਪ੍ਰੋਟੈਸਟ ਦੇ ਅਗੇਂਸਟ ਹੈ ਔਰ ਆਉਣ ਵਾਲੇ ਸਮੇਂ ਵਿੱਚ ਉਹਦਾ ਉਹ ਨੁਕਸਾਨ ਕਰੇਗਾ। ਅਗਰ ਅਸੀਂ ਚਾਹੁੰਦੇ ਹਾਂ ਕਿ ਫਾਰਮਰ ਪ੍ਰੋਟੈਸਟ ਜਿਹੜਾ ਆ ਉਹ ਸਕਸੈਸਫੁਲ ਰਹੇ, ਤੇ ਸਾਨੂੰ ਸਾਰਿਆਂ ਨੂੰ ਜ਼ਰੂਰ ਉੱਥੇ ਜਿਹੜੀ ਲੀਡਰਸ਼ਿਪ ਹੈ, ਜਿਨ੍ਹਾਂ ਨੇ ਘਰ-ਬਾਰ ਛੱਡ ਕੇ ਉੱਥੇ ਬੈਠ ਕੇ ਹੁਣ ਤੱਕ ਜਿਹੜੀ ਆ ਉਹਨੂੰ ਅਗਵਾਈ ਕੀਤੀ ਹੈ, ਉਸ ਲੀਡਰਸ਼ਿਪ 'ਚ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ। ਉੱਥੇ ਅਗਰ ਅਸੀਂ ਵਿਸ਼ਵਾਸ ਨਹੀਂ ਕਰਦੇ ਔਰ ਆਪਸ ਵਿੱਚ ਅਸੀਂ ਲਗਾਤਾਰ ਕੌਣ ਸਹੀ ਹੈ ਕੌਣ ਗਲਤ ਹੈ ਉਹਦੀ ਲੜਾਈ ਜਿਹੜੀ ਆ ਸੋਸ਼ਲ ਮੀਡੀਆ 'ਤੇ ਕਰਦੇ ਹਾਂ, ਤੇ ਇਹ ਡੈਫੀਨੇਟਲੀ ਜਿਹੜਾ ਮੀਡੀਆ ਉਹਨਾਂ ਦੇ ਅਗੇਂਸਟ ਕੰਮ ਕਰ ਰਿਹਾ ਉਹਨੂੰ ਇਹਦਾ ਐਡਵਾਂਟੇਜ ਹੁੰਦਾ। ਅਗਰ ਅਸੀਂ
ਇੱਥੇ ਵੀ ਕੈਨੇਡਾ ਦੇ ਵਿੱਚ ਰਹਿ ਕੇ ਵੀ ਅਗਰ ਆਪਸੀ ਭਾਈਚਾਰਾ ਜਿਹੜਾ ਉਹਨੂੰ ਖਰਾਬ ਕਰਦੇ ਆ, ਉਹਦੇ ਨਾਲ ਵੀ ਫਾਰਮਰ ਪ੍ਰੋਟੈਸਟ ਨੂੰ ਨੁਕਸਾਨ ਹੁੰਦਾ। ਫਾਰਮਰ ਪ੍ਰੋਟੈਸਟ ਦਾ ਅਗਰ ਸਕਸੈਸ ਹੈ ਤੇ ਉਹ ਇਸ ਚੀਜ਼ 'ਚ ਹੈ ਕਿ ਅਸੀਂ ਹੱਕਾਂ ਦੀ ਗੱਲ ਕਰੀਏ, ਜਸਟਿਸ ਦੀ ਗੱਲ ਕਰੀਏ, ਫਰੀडम ਆਫ ਸਪੀਚ ਦੀ ਗੱਲ ਕਰੀਏ, ਨਾ ਕਿ ਅਸੀਂ ਵੱਖਵਾਦੀ ਜਿਹੜੀ ਆ ਉਹ ਗੱਲ ਕਰੀਏ। ਵੱਖਵਾਦੀ ਸੋਚ ਕਰਕੇ ਹੀ ਜੋ ਵੀ ਨੁਕਸਾਨ ਇਸ ਪ੍ਰੋਟੈਸਟ ਦਾ ਹੋਇਆ 26 ਜਨਵਰੀ ਨੂੰ, ਉਹ ਸਾਡੇ ਸਾਹਮਣੇ ਹੈ ਔਰ ਆਉਣ ਵਾਲਾ ਇਤਿਹਾਸ ਜਿਹੜਾ ਆ ਉਹਨੂੰ ਜ਼ਰੂਰ ਯਾਦ ਕਰੇਗਾ ਕਿ ਕੀ 26 ਜਨਵਰੀ ਨੂੰ ਲਾਲ ਕਿਲ੍ਹੇ ਉੱਤੇ ਝੰਡਾ ਚੜ੍ਹਾ ਕੇ ਸਾਨੂੰ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ। ਉਹਦੇ ਪਿੱਛੇ ਕਿਹੜੀਆਂ ਏਜੰਸੀ ਸੀਗੀਆਂ, ਉਹਦੇ ਪਿੱਛੇ ਸਰਕਾਰ ਦਾ ਕੀ ਹੱਥ ਸੀਗਾ, ਉਹਦੇ ਪਿੱਛੇ ਦਿੱਲੀ ਪੁਲਿਸ ਦਾ ਕੀ ਹੱਥ ਸੀਗਾ, ਉਹ ਇਤਿਹਾਸ ਉਸ ਦਾ ਗਵਾਹ ਬਣੇਗਾ। ਮਗਰ ਸਾਡੀ ਵਿਤਕਰੇ ਵਾਲੀ ਸੋਚ, ਚਾਹੇ ਉਹ ਰੂਟਲੀ ਹੋਏ ਤੇ ਚਾਹੇ ਉਹ ਕਿਸਾਨ ਯੂਨੀਅਨ ਦੇ ਲੀਡਰਸ਼ਿਪ ਦੇ ਉੱਤੇ ਹੋਏ, ਇਹ ਸਾਡੇ ਲਈ ਨੁਕਸਾਨਦਾਇਕ ਹੈ। ਸਾਡੀ ਸਾਰੀ ਉਹਨਾਂ ਏਜੰਸੀਜ਼ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਸਿੱਖ, ਭਾਰਤ, ਕੈਨੇਡਾ ਔਰ ਖਾਲਿਸਤਾਨ ਇਹਨਾਂ ਨੂੰ ਵੱਖਰਾ ਵੱਖਰਾ ਰੱਖਿਆ ਜਾਏ। ਸਿੱਖ ਖਾਲਿਸਤਾਨ ਨਹੀਂ ਚਾਹੁੰਦੇ। ਸਿੱਖ ਚਾਹੁੰਦੇ ਨੇ ਕਿ ਉਹ ਹਿਊਮਨ ਰਾਈਟਸ ਜਿਹੜੇ ਆ ਉਹਨਾਂ ਦੇ ਨਾਲ ਵਾਇਓਲੇਸ਼ਨ ਨਾ ਹੋਏ। ਪੰਜਾਬੀ ਇਹ ਚਾਹੁੰਦੇ ਨੇ ਕਿ ਉਹਨਾਂ ਨੇ ਜਿਹੜੀਆਂ ਸ਼ਹੀਦੀਆਂ ਕੀਤੀਆਂ ਨੇ ਜਾਂ ਉਹਨਾਂ ਨੇ ਜੋ ਕੰਟਰੀਬਿਊਸ਼ਨ ਕੀਤਾ ਦੇਸ਼ ਲਈ, ਉਹਦੀ ਇਕਨੋਲੇਜਮੈਂਟ ਹੋਏ। ਔਰ ਜਿਹੜੇ ਜਵਾਨ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਬਜ਼ੁਰਗ ਜਿਹੜੇ ਉੱਥੇ ਬੈਠੇ ਆ, ਜਿਹੜੇ ਸਾਬਕਾ ਫੌਜੀ ਨੇ, ਜਿਹੜੇ ਫੌਜ ਵਿੱਚ ਨੌਕਰੀ ਕਰ ਰਹੇ ਨੇ, ਉਹਨਾਂ ਨੂੰ ਆਪਣੇ ਦੇਸ਼ ਭਗਤੀ ਦਾ ਪ੍ਰੂਫ ਜਿਹੜਾ ਆ ਉਹ ਨਾ ਦੇਣਾ ਪਏ। ਤਾਂ ਇਸ ਕਰਕੇ ਚਾਹੇ ਉਹ ਸਿੱਖ ਨੇ ਜਿਹੜੇ ਖਾਲਿਸਤਾਨ ਦੀ ਡਿਮਾਂਡ ਕਰਦੇ ਨੇ, ਉਹ ਸਿੱਖਾਂ ਦਾ ਨੁਕਸਾਨ ਕਰ ਰਹੇ ਨੇ, ਔਰ ਜਿਹੜੇ RSS ਦੇ ਲੋਕ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਇੰਡੀਆ ਦਾ ਹੋਰ ਵੀ ਵੱਡਾ ਜਿਹੜਾ ਆ ਉਹ ਨੁਕਸਾਨ ਕਰ ਰਹੇ ਨੇ। ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਸਾਰੇ ਲਗਾਤਾਰ ਫਾਰਮਰ ਪ੍ਰੋਟੈਸਟ ਜਿਹੜਾ ਆ ਉਹਦੀ ਪੀਸਫੁਲ ਡਿਮਾਂਡ ਜਿਹੜੀ ਹੈ ਉਹਨੂੰ ਅਸੀਂ ਕੰਟੀਨਿਊਸਲੀ ਸਪੋਰਟ ਕਰਦੇ ਰਹੀਏ। ਅਸੀਂ ਇਹ ਉਮੀਦ ਕਰਦੇ ਹਾਂ ਕਿ ਅਸੀਂ ਆਪਣਾ ਜਿਹੜਾ ਪਿਆਰ ਮੁਹੱਬਤ ਹੈ ਕੈਨੇਡਾ ਦੇ ਵਿੱਚ, ਚਾਹੇ ਆਪਸੀ ਭਾਈਚਾਰਾ, ਉਹ ਜਿਹੜਾ ਆ ਉਹਨੂੰ ਬਣਾਏ ਰੱਖੀਏ। ਓਪੀਨੀਅਨਸ ਉੱਤੇ ਡਿਵਾਈਡ ਨਾ ਹੋਈਏ, ਧਰਮ ਦੇ ਨਾਂ 'ਤੇ ਡਿਵਾਈਡ ਨਾ ਹੋਈਏ, ਅਤੇ ਚਾਹੇ ਇਲੈਕਸ਼ਨਸ ਹੋਣ ਉਹਦੇ ਵਿੱਚ ਅਸੀਂ ਆਪਣਾ ਐਸਾ ਇੱਕ ਐਗਜ਼ਾਮਪਲ ਸੈੱਟ ਕਰੀਏ ਕਿ ਅਸੀਂ ਉਹ ਧਰਮ ਦੇ ਨਾਂ ਦੇ ਉੱਤੇ ਜਾਂ ਕਿਸੇ ਵੀ ਡਿਮਾਂਡ ਜਿਹੜੀਆਂ ਨੇ ਨੈਗੇਟਿਵ ਪ੍ਰੋਪੇਗੈਂਡੇ ਆ ਉਹਦੇ ਬੇਸ ਦੇ ਉੱਤੇ ਅਸੀਂ ਇਲੈਕਸ਼ਨ ਨਾਲ ਲੜੀਏ। ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਨੋਮੀਨੇਸ਼ਨ ਵੀ ਆ ਚੁੱਕੀਆਂ ਨੇ, ਨੋਮੀਨੇਸ਼ਨ ਹੋਣਗੀਆਂ। ਇਸ ਕਰਕੇ ਰੇਡੀਓ ਜ਼ਿੰਦਾਬਾਦ ਸਾਰਿਆਂ ਨੂੰ ਹੀ ਇਹ ਅਪੀਲ ਕਰਦਾ ਹੈ ਕਿ ਸਪੋਰਟ ਕਰੋ ਸਹੀ ਕੈਂਡੀਡੇਟਸ ਨੂੰ, ਸਪੋਰਟ ਕਰੋ ਕੈਪੇਬਲ ਕੈਂਡੀਡੇਟਸ ਨੂੰ, ਨਾ ਕਿ ਇਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਹੈ, ਔਰ ਨਾ ਹੀ ਐਸੇ ਉਸ ਟਾਈਮ ਜਿਹੜੇ ਪ੍ਰੋਪੇਗੈਂਡਾ ਨੈਗੇਟਿਵ ਹੋਰ ਵੀ ਚੱਲੇਗਾ, ਚਾਹੇ ਉਹ WhatsApp ਦੇ ਉੱਤੇ ਚੱਲੇਗਾ, ਚਾਹੇ ਕਿਸੇ ਧਰਮ ਦੇ ਅਗੇਂਸਟ ਚੱਲੇਗਾ, ਉਹਦੇ ਸ਼ਿਕਾਰ ਜਿਹੜੇ ਆ ਸਾਨੂੰ ਨਹੀਂ ਹੋਣਾ ਚਾਹੀਦਾ। ਕਿਉਂਕਿ ਅਗਰ ਫਾਰਮਰ ਪ੍ਰੋਟੈਸਟ, ਚਾਹੇ ਇੰਡੋ ਕੈਨੇਡੀਅਨ ਦਾ ਭਲਾ ਹੀ ਚਾਹੁੰਦੇ ਆ, ਅਤੇ ਸਾਨੂੰ ਇੰਡੀਅਨ ਮੀਡੀਆ ਤੋਂ ਵੀ ਬਚ ਕੇ ਰਹਿਣਾ ਚਾਹੀਦਾ, ਉਹਨਾਂ ਏਜੰਸੀਆਂ ਤੋਂ ਵੀ ਬਚ ਕੇ ਰਹਿਣਾ ਚਾਹੀਦਾ, ਔਰ ਉਹਨਾਂ ਲੋਕਾਂ ਤੋਂ, ਚਾਹੇ ਉਹ RSS ਦੇ ਨੇ, ਚਾਹੇ ਉਹ ਖਾਲਿਸਤਾਨੀ ਨੇ, ਉਹਨਾਂ ਤੋਂ ਕੈਨੇਡਾ ਦੇ ਵਿੱਚ ਵੀ ਬਚ ਕੇ ਰਹਿਣਾ ਚਾਹੀਦਾ। ਨਹੀਂ ਤਾਂ ਡੈਫੀਨੇਟਲੀ ਫਾਰਮਰ ਪ੍ਰੋਟੈਸਟ ਨੂੰ ਵੀ ਨੁਕਸਾਨ ਪਹੁੰਚਾਵਾਂਗੇ, ਇੱਥੇ ਦੇ ਭਾਈਚਾਰੇ ਨੂੰ ਵੀ ਨੁਕਸਾਨ ਪਹੁੰਚਾਵਾਂਗੇ। ਔਰ ਸਭ ਤੋਂ ਵੱਡਾ ਸਾਨੂੰ ਇਤਿਹਾਸ ਤੋਂ ਸਬਕ ਇਹ ਸਿੱਖਣਾ ਚਾਹੀਦਾ ਕਿ ਅਸੀਂ 1993 ਤੋਂ ਪਹਿਲੇ ਵਾਲਾ ਪੰਜਾਬ, ਔਰ ਜੋ ਅਸੀਂ ਉਸ ਟਾਈਮ ਨਰਕ ਭੋਗਿਆ, ਅਸੀਂ ਉਸ ਨਰਕ ਵਿੱਚ ਦੁਬਾਰਾ ਜਿਹੜਾ ਆ ਨਾ ਵੜ ਸਕੀਏ, ਚਾਹੇ ਉਹ ਪੰਜਾਬ 'ਚ ਹੋਏ ਅਤੇ ਚਾਹੇ ਉਹ ਕੈਨੇਡਾ 'ਚ ਹੋਏ। ਅਤੇ ਰੇਡੀਓ ਜ਼ਿੰਦਾਬਾਦ ਤੋਂ ਇਹੀ ਉਮੀਦ ਕਰਦੇ ਕਿ ਅਸੀਂ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਹਿਣ ਦਾ ਦਮ ਰੱਖੀਏ, ਔਰ ਜੋ ਚੀਜ਼ ਸਹੀ ਹੈ ਉਹਦੇ ਨਾਲ ਖੜ੍ਹੇ ਹੋਈਏ। ਇਸੇ ਉਮੀਦ ਦੇ ਨਾਲ ਅਸੀਂ ਅਗਲੇ ਐਤਵਾਰ ਤੁਹਾਡੇ ਨਾਲ ਫੇਰ ਮਿਲਾਂਗੇ। ਔਰ ਲਾਸਟ ਅਪੀਲ ਇਹੀ ਹੈ ਕਿ ਫਾਰਮਰ ਪ੍ਰੋਟੈਸਟ ਦਾ ਅਗਰ ਅਸੀਂ ਸਕਸੈਸ ਚਾਹੁੰਦੇ ਹਾਂ ਤਾਂ ਸਾਨੂੰ ਖਾਲਿਸਤਾਨ ਸ਼ਬਦ ਦਾ ਗੁਰੇਜ਼ ਕਰਨਾ ਚਾਹੀਦਾ। ਸਾਨੂੰ ਹਿੰਦੂ ਸਿੱਖ ਲੜਾਈ ਪਾਉਣ ਦੀ ਜੋ ਕੋਸ਼ਿਸ਼ ਕਰ ਰਹੀਆਂ ਏਜੰਸੀਆਂ, ਉਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਔਰ ਚਾਹੇ ਉਹ RSS ਅਤੇ ਚਾਹੇ ਉਹ ਖਾਲਿਸਤਾਨੀ ਹੋਏ, ਦੋਨੋਂ ਹੀ ਇੰਡੀਆ ਲਈ, ਫਾਰਮਰ ਪ੍ਰੋਟੈਸਟ ਲਈ ਨੁਕਸਾਨਦਾਇਕ ਨੇ। ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਅਗਲੇ ਐਤਵਾਰ ਫਿਰ ਮਿਲਾਂਗੇ।
ਸਾਰਿਆਂ ਨੂੰ ਜਾਣ ਤੋਂ ਪਹਿਲਾਂ ਵੈਲੈਂਟਾਈਨਸ ਡੇ ਦੀਆਂ ਔਰ ਫੈਮਿਲੀ ਡੇ ਦੀਆਂ ਬਹੁਤ ਬਹੁਤ ਵਧਾਈਆਂ। ਉਮੀਦ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਜਿਹੜੇ ਆ ਉਹ ਸਾਰੇ ਦੇ ਸਾਰੇ ਕੋਵਿਡ ਤੋਂ ਬਚੇ ਰਹਿਣ ਔਰ ਚੰਗੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿਣ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।